ਲਈ ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਹਰ ਰੋਜ਼ ਦੀ ਤਰ੍ਹਾਂ ਸਵਾਗਤ ਹੈ। ਮੈਂ ਹਾਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟੈਣਾ ਤੇ ਅਸੀਂ ਦੋਵੇਂ ਜਣੇ ਚਾਹ ਦਾ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਸਤਿ ਸ਼੍ਰੀ ਅਕਾਲ ਟੈਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ? ਬਹੁਤ ਹੀ ਵਧੀਆ, ਚੜ੍ਹਦੀ ਕਲਾ। ਜ਼ਿੰਦਗੀ ਕਿਵੇਂ ਚੱਲ ਰਹੀ ਹੈ? ਮੇਰੀ ਜ਼ਿੰਦਗੀ ਬਿਲਕੁਲ ਠੀਕ ਹੈ, ਪਰ ਮੈਂ ਅੱਜ ਤੁਹਾਡੇ ਵੱਲ ਦੇਖ ਕੇ ਥੋੜਾ ਜਿਹਾ ਹੈਰਾਨ ਜ਼ਰੂਰ ਹੋਇਆ। ਕਿਉਂ? ਮੈਨੂੰ ਲੱਗਦਾ ਵੀ ਤੁਸੀਂ ਨਾ ਕਿਸੇ ਪਰਾਲੀ ਵਾਲੇ ਖੇਤ ਦੇ ਵਿੱਚ ਨਹੀਂ ਲੰਘੇ ਆ। ਕਿਸੇ ਖੇਤ ਦੇ ਵਿੱਚ ਪਰਾਲੀ ਨੂੰ ਅੱਗ ਲੱਗੀ ਸੀਗੀ ਜਾਂ ਨਾੜ ਨੂੰ ਅੱਗ ਲਾਈ ਹੋਣੀ ਆ, ਤੁਸੀਂ ਕੋਲ ਦੀ ਲੰਘੇ ਜਾਂ ਵਿੱਚ ਦੀ ਲੰਘੇ। ਇਹਦਾ ਭਾਵ ਕੀ ਸੀ? ਭਾਵੇਂ ਦਾ ਇਹ ਵੀ ਤੁਹਾਡੇ ਵਾਲਾਂ ਨੂੰ ਧੂਆਂ ਕਾਹਤੋਂ ਲੱਗਾ? ਟੈਣਾ ਸਾਹਿਬ, ਇਹ ਵਾਲਾਂ ਦਾ ਰੰਗ ਕਾਹਤੋਂ ਉੱਡ ਗਿਆ? ਇਹ ਰੰਗ ਨਹੀਂ ਉੱਡਿਆ, ਇਹ ਧੂਆਂ ਵੀ ਨਹੀਂ ਲੱਗਿਆ, ਮੈਂ ਵਾਲ ਰੰਗਾਏ ਨੇ। ਅੱਛਾ, ਇਹਨੂੰ ਰੰਗਾਏ ਕਹਿੰਦੇ ਆ? ਹਾਂਜੀ। ਮੈਂ ਕਿਹਾ ਕੀ ਪਤਾ ਲੱਗਦਾ ਭਾਈ। ਟੈਣਾ ਸਾਹਿਬ, ਮੈਂ ਪੈਸੇ ਖਰਚਦੀ ਰਹਿ ਗਈ। ਕਿੰਨੇ? ਨਹੀਂ ਦੱਸਣਾ। ਜ਼ਿਆਦਾ ਲੱਗ ਗਏ ਬਸ ਜਿੰਨੇ ਲੱਗਣੇ ਸੀ। ਨਹੀਂ, ਇਹ ਕਾਹਤੋਂ ਲਾ ਲੇ? ਵੈਸੇ ਸ਼ੌਂਕ। ਚਲੋ ਠੀਕ ਆ ਭਾਈ, ਆਪਾਂ ਕੋਈ ਟਿੱਪਣੀ ਨਹੀਂ ਕਰਦੇ। ਜੇ ਨਹੀਂ ਚੰਗੇ ਲੱਗਦੇ ਆਪਾਂ ਕੱਲ ਹੀ ਸਾਰੇ ਕਾਲੇ ਕਰਾ ਦਾਂਗੇ। ਨਹੀਂ, ਮੈਂ ਤਾਂ ਵੈਸੇ ਇਹ ਮਜ਼ਾਈਆ ਅੰਦਾਜ਼ ਦੇ ਵਿੱਚ ਕਹਿਣਾ। ਦੇਖੋ, ਸ਼ੌਕ ਤੁਹਾਡਾ ਤੇ ਮੇਰਾ ਟਿੱਪਣੀ ਕਰਨ ਦਾ ਕੋਈ ਫਰਜ਼ ਨਹੀਂ ਬਣਦਾਗਾ। ਨਹੀਂ, ਚਲੋ ਦੇਖੋ, ਆਪਣਿਆਂ ਨੂੰ ਹੀ ਦੁੱਖ ਹੁੰਦਾ ਹੈ ਜੇਕਰ ਕੋਈ ਚੰਗਾ ਲੱਗੇ ਜਾਂ ਮਾੜਾ ਲੱਗੇ, ਆਪਣਿਆਂ ਨੂੰ ਹੀ ਫਿਕਰ ਹੁੰਦੀ ਆ ਉਸ ਚੀਜ਼ ਦੀ। ਤੇ ਜੇ ਨਹੀਂ ਚੰਗੇ ਲੱਗਦੇ ਆਪਾਂ ਸਾਫ਼ ਕਰਾ ਦਾਂਗੇ। ਪਰ ਹੁਣ ਮੇਰੀ ਬੇਨਤੀ ਇੱਕੋ ਆ ਵੀ ਜਦੋਂ ਤੁਸੀਂ ਕੋਈ ਵੀ ਮੈਨੂੰ ਸਵਾਲ ਪੁੱਛੋਗੇ ਨਾ, ਐ ਕਰਿਆ ਕਰਨਾ। ਹੋਰ ਸੁਣਾਓ ਜੀ, ਅਗਲੀ ਖਬਰ ਕਿਵੇਂ ਆ? ਨਹੀਂ, ਕਮ ਸੇ ਕਮ ਦਿਸਣ ਤਾਂ ਸਹੀ ਨਾ। ਤੁਸੀਂ ਚਾਹੁੰਦੇ ਹੋ ਮੈਂ ਇਦਾਂ ਸਿੱਲੀ ਆਉਂਦੀ ਹੈ ਹਵਾ ਗਾਉਣ ਲੱਗ ਜਾ? ਬਿਲਕੁਲ ਦਿਸਣੇ ਚਾਹੀਦੇ, ਪੈਸੇ ਲਾਏ ਆਪਾਂ। ਉਹ ਨਹੀਂ, ਇੰਨੇ ਵੀ ਨਹੀਂ ਦਿਸਣੇ ਚਾਹੀਦੇ ਵੀ ਬੰਦਾ ਹੀ ਕਮਲਾ ਲੱਗਣ ਲੱਗ ਜਾਵੇ, ਹਨਾ, ਕਿਉਂਕਿ ਮੈਨੂੰ ਇਹ ਚੀਜ਼ ਨਹੀਂ ਜੱਜਦੀ। ਸੋ ਖੈਰ, ਟੈਣਾ ਸਾਹਿਬ, ਚੱਜ ਦੇ ਵਿਚਾਰ ਦੀ ਪੇਸ਼ਕਾਰੀ ਕਰ ਦਿਓ। ਦੇਖੋ, ਚੱਜ ਦਾ ਵਿਚਾਰ ਹੈਗਾ ਬਹੁਤ ਖੂਬਸੂਰਤ, ਤੇ ਮੈਂ ਚਾਹੁੰਦਾ ਵੀ ਧਿਆਨ ਨਾਲ ਤੁਸੀਂ ਵੀ ਸੁਣਿਓ ਤੇ ਦਰਸ਼ਕ ਵੀ ਜ਼ਰੂਰ। ਬਾਬਾ ਨਜ਼ਮੀ ਸਾਹਿਬ ਦੀਆਂ ਇਹ ਸਤਰਾਂ ਹੈਗੀਆਂ ਕਿ ਹੱਕ ਜਦੋਂ ਮੈਂ ਜੀਣ ਦਾ ਮੰਗਾ ਤਾਂ ਪੱਥਰ ਮਾਰੇ ਜਾਂਦੇ ਨੇ। ਹੱਕ ਜਦੋਂ ਮੈਂ ਜੀਣ ਦਾ ਮੰਗਾ ਤਾਂ ਪੱਥਰ ਮਾਰੇ ਜਾਂਦੇ ਨੇ। ਮਰ ਜਾਵਾਂ ਤਾਂ ਮੇਰੇ ਉੱਤੇ ਫੁੱਲ ਖਿਲਾਰੇ ਜਾਂਦੇ ਨੇ। ਕੀ ਬਾਤ ਹੈ। ਕੋਈ ਨਾ ਜਾਵੇ, ਮੈਂ ਤਾਂ ਜਾਣਾ, ਪੁੱਛਣ ਸ਼ਹਿਰ ਦੇ ਹਾਕਮ ਤੋਂ, ਤੇਰੇ ਸਿਰ ਦੇ ਉੱਤੋਂ ਸਾਡੇ ਸਿਰ ਕਿਉਂ ਵਾਰੇ ਜਾਂਦੇ ਨੇ। ਅੱਜ ਦੀ ਤਰੀਕ ਦੇ ਵਿੱਚ ਹਾਕਮਾਂ ਦੇ ਨਾਲ ਮੱਥਾ ਲਾਉਣਾ ਕੋਈ ਸੌਖਾ ਕੰਮ ਨਹੀਂ। ਅੱਜ ਦੀ ਤਰੀਕ ਦੇ ਵਿੱਚ ਹੱਕ ਲੈਣੇ ਕੋਈ ਸੌਖੀ ਗੱਲ ਨਹੀਂ। ਅੱਜ ਦੀ ਤਰੀਕ ਦੇ ਵਿੱਚ ਸਿਰ ਵਾਰ ਦਿੱਤੇ ਜਾਂਦੇ ਆ। ਕੁਝ ਕੁ ਲੋਕਾਂ ਦੇ ਸਿਰਾਂ ਤੋਂ ਲੱਖਾਂ ਹਜ਼ਾਰਾਂ ਲੋਕਾਂ ਦੇ ਸਿਰ ਕੁਰਬਾਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਜਿਹੜੇ ਸਿਰੜੀ ਲੋਕ ਜਿੱਥੇ ਵੀ ਬੈਠੇ ਆ, ਜਿਹੜੇ ਸਵਾਲ ਕਰਤਾ, ਉਹਨਾਂ ਨੂੰ ਸਲਾਮ ਕਰਨੀ ਬਣਦੀ ਹੈ। ਬਿਲਕੁਲ ਸਹੀ, ਕਿਉਂਕਿ ਇਹ ਸਵਾਲ ਕਰਤਾ ਹੀ ਨੇ ਜਿਨ੍ਹਾਂ ਦੀਆਂ ਜ਼ਮੀਰਾਂ ਸ਼ਾਇਦ ਜਾਗਦੀਆਂ ਨੇ। ਇਹ ਸਵਾਲ ਕਰਤਾ ਹੀ ਨੇ ਜਿਹਦੇ ਕਰਕੇ ਸ਼ਾਇਦ ਜੋ ਸੱਚਾਈ ਹੈ ਉਹ ਸਮਾਜ ਦੇ ਅੱਗੇ ਆ ਪਾਉਂਦੀ ਹੈ। ਜੇ ਅਸੀਂ ਸਵਾਲ ਨਾ ਕਰਾਂਗੇ ਤੇ ਫਿਰ ਮੈਨੂੰ ਲੱਗਦਾ ਹੈ ਕਿ ਜੋ ਕੁਝ ਹੁਣ ਤੱਕ ਹੁੰਦਾ ਆਇਆ, ਇਸ ਤੋਂ ਵੀ ਦੁੱਗਣਾ ਤਿੱਗਣਾ ਸ਼ਾਇਦ ਹੋਏਗਾ। ਸਵਾਲ ਕਰਨੇ ਬਹੁਤ ਜ਼ਰੂਰੀ ਹੁੰਦੇ ਨੇ, ਪਰ ਵਾਜਬ ਸਵਾਲ। ਇਹ ਨਹੀਂ ਕਿ ਐਵੇਂ ਹੀ ਬਿਨਾਂ ਕਿਸੇ ਗੱਲ ਤੋਂ ਟੰਗ ਵਿੱਚ ਫਸਾਈ ਜਾਣੀ, ਉਹ ਵੀ ਕੋਈ ਸਿਆਣਪ ਨਹੀਂ ਹੈ। ਪਰ ਸਵਾਲ ਕਿਹੋ ਜਿਹਾ, ਤੁਹਾਡੀ ਬੌਧਿਕਤਾ ਦਾ ਪਤਾ ਲੱਗਦਾ ਇੱਥੋਂ ਵੀ ਤੁਸੀਂ ਕਿਹੋ ਜਿਹਾ ਸਵਾਲ ਕਰਦੇ, ਤੁਹਾਡੀ ਕਿਹੋ ਜੀ ਤਿਆਰੀ ਹੈ। ਜੇ ਹੁਣ ਤੁਸੀਂ ਕਿਸੇ ਨਾਲ ਮੁਲਾਕਾਤ ਵੀ ਕਰਨੀ ਆ, ਕਈ ਟੀਵੀ ਚੈਨਲਾਂ ਦੇ ਉੱਤੇ ਵੀ ਇਹ ਹੁੰਦਾ ਵੀ ਕਿਸੇ ਦੀ ਤੁਸੀਂ ਮੁਲਾਕਾਤ ਕਰਨੀ ਹੈ ਰਾਜਨੀਤਿਕ ਬੰਦੇ ਦੀ, ਉਹ ਸਵਾਲ ਲਿਖ ਕੇ ਦੇ ਦਿੰਦੇ ਆ, ਜਾਂ ਪਹਿਲਾਂ ਪੁੱਛਿਆ ਜਾਂਦਾ ਜੀ ਮੈਂ ਕਿਹੜਾ ਸਵਾਲ ਪੁੱਛਾਂ ਤੁਹਾਨੂੰ, ਮਾਈਂਡ ਤਾਂ ਨਹੀਂ ਕਰਦੇ। ਇਹੋ ਜਿਹੇ ਸਵਾਲ ਕਰਤਾ ਤੋਂ ਵੀ ਕੀ ਕਰਾਉਣਾ। ਜਿਹੜੀ ਗੱਲ ਕਰੋ ਟਕਾ ਕੇ ਕਰੋ, ਠੋਕ ਕੇ ਕਰੋ। ਬਿਲਕੁਲ ਸਹੀ, ਕਿਉਂਕਿ ਜਦੋਂ ਤੁਸੀਂ ਕਿਸੇ ਦੇ ਨਾਲ ਮੁਲਾਕਾਤ ਕਰਦੇ ਹੋ, ਖਾਸ ਤੌਰ ਤੇ ਟੀਵੀ ਦੇ ਲਈ ਜਾਂ ਰੇਡੀਓ ਦੇ ਲਈ ਜਾਂ ਕਿਸੇ ਵੀ ਮਾਧਿਅਮ ਦੇ ਲਈ, ਜਦੋਂ ਤੁਸੀਂ ਲੋਕਾਂ ਤੱਕ ਉਸ ਮੁਲਾਕਾਤ ਨੂੰ ਪਹੁੰਚਾਉਣਾ ਹੁੰਦਾ ਹੈ ਤੇ ਫਿਰ ਉੱਥੇ ਫਰਜ਼ ਬਣਦਾ ਹੈ ਕਿ ਜੋ ਲੋਕਾਂ ਦੇ ਜ਼ਿਹਨ ਦੇ ਸਵਾਲ ਨੇ ਉਹ ਸਾਰੇ ਅੱਗੇ ਰੱਖੇ ਜਾਣ। ਸੋ ਖੈਰ ਟੈਣਾ ਸਾਹਿਬ, ਆਪਾਂ ਚਾਹ ਦੇ ਵਿਚਾਰ ਦੀ ਅੱਜ ਕਾਹਲੀ ਕਰ ਲਈ ਤੇ ਆਪਾਂ ਮੌਸਮ ਦੀ ਹਾਲ ਬਿਆਨੀ ਭੁੱਲ ਗਏ ਆ। ਅੱਜ ਸਵੇਰ ਦੇ ਵੇਲੇ ਜਲਦੀ ਆਏ ਆ ਅਸੀਂ, ਕਿਉਂਕਿ ਕੁਝ ਕੁ ਪਰਿਵਾਰਕ ਕੰਮ ਸੀਗੇ ਤੇ ਇੰਨੀ ਕੁ ਧੁੰਦ ਸੀ ਹਰਮਨ ਜੀ, ਇੰਨੀ ਧੁੰਦ ਸੀ ਵੀ ਪੁੱਛੋ ਕੁਛ ਨਾ। ਤੇ ਮੌਸਮ ਵਿਭਾਗ ਨੇ ਗੱਲ ਕਹੀ ਹੈ ਵੀ ਦਿਨ ਦੇ ਵੇਲੇ ਤਾਪਮਾਨ ਜਿਹੜਾ ਉਹ 24, 25, 26 ਡਿਗਰੀ ਤੱਕ ਪੰਜਾਬ 'ਚ ਰਹਿਣਾ ਆਉਂਦੇ ਇੱਕ ਹਫ਼ਤੇ ਤੱਕ, ਤੇ ਸਵੇਰ ਤੇ ਰਾਤ ਦੇ ਵੇਲੇ ਸੰਘਣੀ ਧੁੰਦ ਇਵੇਂ ਪੈਣੀ ਆ, ਸੜਕਾਂ ਇਵੇਂ ਗਿੱਲੀਆਂ ਹੁੰਦੀਆਂ ਰਹਿਣੀਆਂ। ਤੇ ਅਗਲੀ ਗੱਲ ਇਹ ਹੈਗੀ ਆ ਕਿ 22 ਤੇ 23 ਤਰੀਕ ਨੂੰ ਹਰਿਆਣੇ ਦੇ ਕੁਝ ਖੇਤਰਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ। ਅੱਛਾ ਜੀ, ਪਰ ਇਹ ਜਿਹੜੀ ਧੁੰਦ ਹੈ ਸੱਚੀ ਬਹੁਤ ਜ਼ਿਆਦਾ ਹੈ, ਔਰ ਇਸ ਧੁੰਦ ਦੇ ਵਿੱਚ ਜਿੰਨੇ ਵੀ ਲੋਕ ਸੜਕਾਂ ਦੇ ਉੱਪਰ ਉਤਰਦੇ ਨੇ, ਚਾਹੇ ਉਹ ਪੈਦਲ ਹੋਣ, ਚਾਹੇ ਉਹ ਦੋ ਪਹੀਆ ਵਾਹਨ ਦੇ ਉੱਤੇ ਹੋਣ, ਚੌਪਹੀਆ ਵਾਹਨ ਦੇ ਉੱਤੇ ਹੋਣ, ਉਹਨਾਂ ਨੂੰ ਆਪਣਾ ਖਾਸ ਖਿਆਲ ਰੱਖਣ ਦੀ ਵੀ ਲੋੜ ਹੈ, ਕਿਉਂਕਿ ਅਸੀਂ ਅਕਸਰ ਕਾਹਲੀ ਕਰ ਜਾਂਦੇ ਹਾਂ ਇਸ ਧੁੰਦ ਦੇ ਵਿੱਚ। ਕਾਹਲੀ ਅੱਗੇ ਟੋਏ ਹੁੰਦੇ ਨੇ, ਕਾਹਲੀ ਬਿਲਕੁਲ ਨਾ ਕਰੋ। ਜਿਹੋ ਜਿਹਾ ਮੌਸਮ ਹੈ ਉਸ ਹਿਸਾਬ ਦੇ ਨਾਲ ਸਾਨੂੰ ਅੱਗੇ ਤੋਂ ਅੱਗੇ ਵਧਣਾ ਚਾਹੀਦਾ। ਬਿਲਕੁਲ ਸਹੀ। ਜੱਜ ਦਾ ਵਿਚਾਰ। ਟੈਣਾ ਸਾਹਿਬ, ਮੈਂ ਇੱਕ ਗਾਣਾ ਸੁਣਾਉਣਾ ਭੁੱਲ ਗਈ ਸੀ, ਅੱਜ ਮੈਨੂੰ ਦੁਬਾਰਾ ਤੋਂ ਗਾਣਾ ਸੁਣਾਉਣ ਦਾ ਮੌਕਾ ਮਿਲ ਰਿਹਾ। ਸਾਜ਼ਾਂ ਦੇ ਸਮੇਤ ਕਿ ਉਦਾਂ ਹੀ? ਨਾ, ਤੁਹਾਨੂੰ ਮੇਰੇ ਸਾਜੀ ਕਿੱਥੇ ਨਜ਼ਰ ਆਏ? ਪੂਰੇ 93 ਦੇ ਵਿੱਚ ਕੋਸ਼ਿਸ਼ ਹੈ, ਦੇਖੋ ਥੋੜੀ ਜੀ ਕੋਸ਼ਿਸ਼ ਕਰਕੇ ਵੇਖੂੰਗੀ ਮੈਂ। ਵਾਹ ਵਾਹ।
ਸੁਣਾਵਾ ਤੁਸੀਂ ਵੀ ਐ ਕਰੋ ਨਾ ਗਾਉਣ ਵਾਲਿਆਂ ਨੂੰ। ਅੱਛਾ, ਆਏ ਹਾਏ ਹਾਏ। ਬਸ ਇਹ ਪੰਜਵੇਂ ਤੇ ਰੱਖ ਲਿਓ ਰਾਗ ਭੈਰਵੀ। ਹਾਂਜੀ ਉਹ ਪਤਾ ਨਹੀਂ, ਮੈਨੂੰ ਇਹਦੇ ਬਾਰੇ ਚ ਕੁਝ ਜ਼ਿਆਦਾ ਗਿਆਨ ਨਹੀਂ ਆ, ਪਰ ਮੈਂ ਕੋਸ਼ਿਸ਼ ਕਰੂੰਗੀ। ਗਾਣਾ ਬਹੁਤ ਸੋਹਣਾ ਤੇ ਐਨ ਟੁਕਵਾ। ਹਾਂ ਸੁਣਾਵਾ ਫੇ। ਆਉਣ ਦਿਓ। ਕਹਿੰਦਾ ਕੁੜਤਾ ਪਜਾਮਾ ਮੈਂ ਅਬੋਰ ਤੋਂ ਸਵਾਇਆ ਹੈ ਗੱਲਬਾਤ। ਦਰਜੀ ਨੇ ਚੰਗਾ ਬਿੱਲ ਵੱਡਾ ਜਿਹਾ ਬਣਾਇਆ ਏ, ਕੀ ਟੋਮੀ ਤੇ ਕੀ ਗੁੱਚੀ ਦੀ ਕਰੂ ਰੀਸ ਨੀ ਓ ਸਾਨੂੰ ਆਖਦੀ ਐ। ਗਾਓ। ਸਾਨੂੰ ਆਖਦੀ ਐ ਇਹ ਤੇਰੀ ਗੱਲ ਠੀਕ ਨਹੀਂ। ਨਹੀਂ ਸਾਨੂੰ ਆਖਦੀ ਐ ਪਿੰਡੂ ਇਹ ਗੱਲ ਠੀਕ ਨਹੀਂ। ਬਿਲਕੁਲ ਸਹੀ ਗੱਲ ਆ ਬਈ, ਸਾਨੂੰ ਪਿੰਡੂ ਹੋਣ ਦੇ ਉੱਤੇ ਮਾਣ ਆ ਜੀ। ਅਸੀਂ ਪਿੰਡਾਂ ਵਾਲੇ ਆ ਜੀ। ਸਾਡੇ ਲਈ ਇਹ ਬਹੁਤ ਵੱਡੀ ਪ੍ਰਾਪਤੀ ਆ। ਨਹੀਂ ਆਪਾਂ ਉਹਦੇ ਉੱਤੇ ਧਿਆਨ ਨਹੀਂ ਸੀ ਦੇਣਾ, ਉਹ ਤਾਂ ਪ੍ਰਾਪਤੀ ਹੈ। ਹਾਂ। ਪਰ ਕੁੜਤਾ ਪਜਾਮਾ ਮੈਂ ਅਬੋਰ ਤੋਂ ਸਵਾਇਆ, ਦਰਜੀ ਨੇ ਚੰਗਾ ਬਿੱਲ ਵੱਡਾ ਜਿਹਾ ਬਣਾਇਆ ਹੈ। ਬਿਲਕੁਲ ਸਹੀ ਗੱਲ ਆ, ਤੇ ਪਰ ਮੈਂ ਬਿੱਲ- ਦਰਜੀ ਦੇ ਬਿੱਲ ਦਾ ਭੁਗਤਾਨ ਵੀ ਕੀਤਾ। ਬਿਲਕੁਲ ਮੈਂ ਜਦੋਂ ਵੀ ਕਰਤਾ। ਕੁੜਤਾ ਪਜਾਮਾ ਬਣਵਾਇਆ ਜੀ। ਕਿਉਂਕਿ ਪਿਛਲੇ ਕਈ ਦਿਨਾਂ ਤੋਂ ਕੁੜਤੇ ਪਜਾਮੇ ਦਾ ਰੌਲਾ ਬੜਾ ਚੱਲ ਰਿਹਾ। ਰਾਜਾ ਵੜਿੰਗ ਹੋਰਾਂ ਦੀ ਇੱਕ ਆਡੀਓ ਕਲਿੱਪ ਵਾਇਰਲ ਹੋਈ ਦਰਜੀ ਦੇ ਨਾਲ ਬਹਿਸਦਿਆਂ ਦੀ, ਗਾੜ ਦੁੱਪੜ ਦੀ ਵਰਤੋਂ ਕਰਦਿਆਂ ਦੀ। ਉਦੋਂ ਅਸੀਂ ਜਦੋਂ ਪਿੱਛੇ ਜੇ ਗੱਲ ਕੀਤੀ ਸੀ ਇਹ ਕਿਹਾ ਸੀਗਾ ਵੀ ਕੋਈ ਪਤਾ ਨਹੀਂ ਹੁੰਦਾ, ਅੱਜ ਕੱਲ ਕੋਈ ਵੀ ਕਿਸੇ ਦੀ ਆਵਾਜ਼ ਕੱਢ ਕੇ ਜਾਲੀ ਬਣਾ ਦਿੰਦਾ ਇਦਾਂ ਦੀ ਆਡੀਓ ਕਲਿੱਪ। ਸਾਨੂੰ ਇਹਦੇ ਤੇ 100% ਯਕੀਨ ਨਹੀਂ ਕਰਨਾ ਚਾਹੀਦਾ। ਪਰ ਹੁਣ ਰਾਜਾ ਵੜਿੰਗ ਨੇ ਗੱਲ ਕਹੀ ਹੈ ਕਿ ਹਾਂ ਉਹ ਮੈਂ ਹੀ ਆ, ਕਿਉਂਕਿ ਉਹਨਾਂ ਦੇ ਵੱਲੋਂ ਮੁਲਾਕਾਤ ਕੀਤੀ ਗਈ ਆ, ਕੁਝ ਟੀਵੀ ਚੈਨਲਾਂ ਦੇ ਨਾਲ ਗੱਲਬਾਤ ਕੀਤੀ ਗਈ ਆ। ਉਹਨਾਂ ਨੇ ਕਿਹਾ ਜੀ ਕਿ ਇੱਕ ਤਾਂ ਗੱਲ ਇਹ ਆ ਕਿ ਮੇਰੇ ਮਾਣ ਨੂੰ ਸੱਟ ਮਾਰੀ ਆ, ਦਰਜੀ ਦੇ ਵੱਲੋਂ ਗਲਤ ਕੀਤਾ ਗਿਆ। ਅਸੀਂ ਉਹਨੂੰ ਬਹੁਤ ਕੰਮ ਦਿੱਤਾ, ਅਸੀਂ ਉਹਨੂੰ ਕਈ ਦਹਾਕਿਆਂ ਤੋਂ ਕੰਮ ਦੇ ਰਹੇ ਹਾਂ, ਲਗਾਤਾਰ ਕੰਮ ਦੇ ਰਹੇ ਹਾਂ। ਪਰ ਉਹਨੇ ਜਿਸ ਤਰੀਕੇ ਨਾਲ ਕਿਹਾ ਵੀ ਪਹਿਲਾਂ ਪਿਛਲੇ ਪੈਸੇ ਦੇ ਕੇ ਜਾ ਤੇ ਫਿਰ ਅਗਲੀ ਗੱਲ ਕਰਦੇ ਆ, ਤੇ ਮੈਨੂੰ ਪਿਛਲੇ ਪੈਸਿਆਂ ਦਾ ਚੇਤਾ ਹੀ ਨਹੀਂ। ਉਹਨਾਂ ਨੇ ਇਹ ਵੀ ਗੱਲ ਕਹੀ ਆ ਵੀ ਆਹ ਦੇਖ ਲਓ ਬਿੱਲ, ਮੈਂ ਬੇਸ਼ੱਕ ਲੜਿਆ, ਮੰਦਾ ਚੰਗਾ ਵੀ ਬੋਲਿਆ, ਬਹਿਸਬਾਜ਼ੀ ਵੀ ਹੋਈ ਆ, ਪਰ ਨਾਲ ਦੀ ਨਾਲ ਮੈਂ ਮੁੰਡਾ ਭੇਜ ਕੇ ਤੇ ਬਿੱਲ ਦਾ ਭੁਗਤਾਨ ਕਰਤਾ। ਆ ਹੈਗੀ ਉਹਦੀ ਰਸੀਦ। ਅਸੀਂ ਕੰਮ ਲੱਗੇ ਉਹ ਤੋਂ ਨਾ ਲੱਗੇ, ਕੰਮ ਦੇਈਏ ਨਾ ਦੇਈਏ ਇਹ ਹੁਣ ਬਾਅਦ ਦੀ ਗੱਲ ਆ। ਪਰ ਉਹਨਾਂ ਨੇ ਇਹ ਵੀ ਗੱਲ ਕਹੀ ਆ ਵੀ ਮੇਰੇ ਮੂੰਹ ਦੇ ਵਿੱਚੋਂ ਜਿਹੜੇ ਤੱਤੇ ਰੌਂ ਦੇ ਵਿੱਚ ਸ਼ਬਦ ਨਿਕਲੇ ਆ, ਜੋ ਮੈਂ ਅਪਸ਼ਬਦਾਂ ਦੀ ਵਰਤੋਂ ਕੀਤੀ ਆ, ਉਹਦੇ ਲਈ ਭਾਈ ਮੈਂ ਮਾਫੀ ਮੰਗਦਾ। ਕਿਉਂਕਿ ਜਿਹੜੇ ਮੈਨੂੰ ਪਿਆਰ ਕਰਦੇ ਆ ਉਹਨਾਂ ਦੇ ਮਨ ਦੇ ਉੱਤੇ ਸੱਟ ਵੱਜੀ ਆ। ਮੈਂ ਅੱਗੇ ਤੋਂ ਹੋਰ ਕੁਝ ਸਿੱਖੂੰਗਾ ਇਸ ਮਾਮਲੇ ਦੇ ਵਿੱਚ। ਹਰ ਬੰਦੇ ਤੋਂ ਗਲਤੀ ਹੁੰਦੀ ਆ, ਮੈਂ ਇਹ ਗਲਤੀ ਕਰ ਬੈਠਾ। ਮੈਨੂੰ ਗੁੱਸੇ ਦੇ ਵਿੱਚ ਨਹੀਂ ਸੀ ਆਉਣਾ ਚਾਹੀਦਾ, ਪਰ ਉੱਦਾਂ ਮੈਂ ਆਪਣੀ ਥਾਂ ਦੇ ਉੱਤੇ ਠੀਕ ਆ ਵੀ ਜਿਹਦੇ ਉੱਤੇ ਲੋੜਿਆਂ ਦਾ ਮਾਣ ਹੋਵੇ, ਜਿਹਦੇ ਪੈਸੇ ਦੇਣ ਬਾਰੇ ਪਤਾ ਵੀ ਨਾ ਹੋਵੇ, ਤੇ ਉਹ ਬੰਦਾ ਤੁਹਾਡੇ ਮਾਣ ਨੂੰ ਸੱਟ ਮਾਰੇ ਕਿ ਯਾਰ ਇਹ ਪਹਿਲਾਂ ਪੁਰਾਣੇ ਪੈਸੇ ਦੇ, ਇਹਨੇ ਤਾਂ ਜੀ ਐਂ ਕੀਤਾ, ਇਹਨੇ ਐਂ ਕੀਤਾ, ਇਹਨੇ ਆਡੀਓ ਕਾਲ ਆ ਜਿਹੜੀ ਉਹ ਵਾਇਰਲ ਕੀਤੀ ਆ। ਸੋ ਇਸ ਗੱਲ ਕਰਕੇ ਮੈਨੂੰ ਗੁੱਸਾ ਆਇਆ, ਮੈਂ ਤਪਿਆ ਪਿਆ ਸੀ, ਪਰ ਮੈਂ ਅੱਗੇ ਤੋਂ ਖਿਆਲ ਰੱਖੂੰਗਾ। ਦੇਖੋ ਗੱਲ ਇਹ ਹੈ ਟਾਣਾ ਸਾਹਿਬ ਕਿ ਦੋਵੇਂ ਪੱਖ ਹੁੰਦੇ ਨੇ ਹਰ ਇੱਕ ਗੱਲ ਦੇ, ਹਨਾ। ਪਹਿਲੀ ਚੀਜ਼ ਤਾਂ ਇਹ ਹੈ ਕਿ ਜੇਕਰ ਦਰਜੀ ਨੇ ਆਪਣੇ ਮਿਹਨਤਾਨਾ ਜਿਹੜਾ ਹੈ ਉਹ ਮੰਗ ਲਿਆ ਤੇ ਇਹਦੇ ਉੱਪਰ ਗੁੱਸੇ 'ਚ ਨਹੀਂ ਆਉਣਾ ਚਾਹੀਦਾ ਸੀ। ਉਹਨੂੰ ਵੈਸੇ ਮਿੱਠੇ ਪਿਆਰੇ ਹੋ ਕੇ ਵੀ ਕਿਹਾ ਜਾ ਸਕਦਾ ਸੀ ਵੀ ਵੀਰ ਕੋਈ ਨਹੀਂ ਆਪਾਂ ਕਰ ਦਿੰਨੇ ਆ ਹਿਸਾਬ, ਤੇ ਤੂੰ ਐ ਨਾ ਕਰ, ਹਨਾ। ਬਾਕੀ ਚਲੋ ਗੁੱਸੇ ਦੇ ਵਿੱਚ ਇਨਸਾਨ ਅਵਾ ਤਵਾ ਬੋਲਦਾ ਵੀ ਹੈ, ਪਰ ਗੱਲ ਇਹ ਹੈ ਕਿ ਇਹ ਆਡੀਓ ਜਿਹੜੀ ਉਹ ਬਾਅਦ ਵਿੱਚ ਵਾਇਰਲ ਹੋਈ, ਪਹਿਲਾਂ ਤਾਂ ਨਹੀਂ ਵਾਇਰਲ ਹੋਈ ਸੀ, ਸੋ ਪਹਿਲਾਂ ਗੁੱਸਾ ਕਰਨਾ ਨਹੀਂ ਸੀ ਬਣਦਾ। ਦੂਜੀ ਚੀਜ਼ ਇਹ ਵੀ ਹੈ ਕਿ ਕਹਿੰਦੇ ਹੁੰਦੇ ਆ ਵੀ ਮਾਫੀ ਤੋਂ ਵੱਡੀ ਚੀਜ਼ ਕੋਈ ਨਹੀਂ ਹੈ। ਵੀ ਜੇ ਇਨਸਾਨ ਕੋਈ ਮਾਫੀ ਮੰਗ ਲਵੇ ਤਾਂ ਉਹਦੇ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ। ਜੇਕਰ ਰਾਜਾ ਵੜਿੰਗ ਹੋਰਾਂ ਨੇ ਆਪਣੀ ਗਲਤੀ ਮੰਨ ਕੇ ਮਾਫੀ ਮੰਗੀ ਹੈ ਤੇ ਇੱਕ ਚੰਗੀ ਗੱਲ ਹੈ। ਦਰਜੀ ਨੂੰ ਉਹਦੇ ਪੈਸੇ ਮਿਲ ਗਏ, ਜੀ। ਰਾਜਾ ਵੜਿੰਗ ਨੇ ਜੋ ਬੋਲਿਆ ਉਹਦੇ ਲਈ ਮਾਫੀ ਮੰਗ ਲਈ, ਤੇ ਮੇਰੇ ਖਿਆਲ ਆ ਵੀ ਬਾਕੀ ਤਾਂ ਹੁਣ ਲੋਕਾਂ ਨੂੰ ਸਵਾਦ ਲੈਣ ਦੀ ਲੋੜ ਹੈ ਨਹੀਂਗੀ ਵੀ ਭਾਈ ਇਹ ਤਾਂ ਇਦਾਂ ਹੈ, ਇਹ ਤਾਂ ਉਦਾਂ ਹੈ। ਉਦਾਂ ਕਈ ਲੋਕ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਆ। ਮੇਰੀ ਬੇਨਤੀ ਆ ਵੀ ਆਪਾਂ ਨਿੱਜਤਾ ਦੇ ਵਿੱਚ ਕਿਉਂ ਜਾਣਾ, ਆਪਾਂ ਸਭ ਦੇ ਰਿਸ਼ਤਿਆਂ ਦੀ, ਸਭ ਦੀ ਕਦਰ ਕਰੀਏ, ਤੇ ਐਵੇਂ ਆਪਾਂ ਨੂੰ ਸਵਾਦ ਨਹੀਂ ਲੈਣੇ ਚਾਹੀਦੇਗੇ ਹਰ ਗੱਲ ਦੇ ਵਿੱਚ। ਜੀ। ਤੇ ਇੱਕ ਹੋਰ ਸ਼ਖਸ ਨੇ ਜਿਨ੍ਹਾਂ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ, ਜਿਹੜੇ 17 ਸੈਕਟਰ ਵੀ ਪਹੁੰਚੇ ਨੇ, ਉਹ ਸੰਨੀ ਢਿੱਲੋਂ ਨਾਂ ਦੇ ਹੈਗੇ ਆਗੂ। ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਵੀ ਜੇਕਰ ਕਿਸੇ ਨੇ ਵੀ ਰਾਜਾ ਵੜਿੰਗ ਤੋਂ ਪੈਸੇ ਲੈਣੇ ਹੋਣ ਤਾਂ ਮੈਨੂੰ ਦੱਸੋ ਇਸ ਨੰਬਰ ਦੇ ਉੱਤੇ, ਮੈਂ ਉਹਦਾ ਭੁਗਤਾਨ ਆਪਣੇ ਕੋਲੋਂ ਕਰੂੰਗਾ। ਤੇ ਲੰਘੇ ਕੱਲ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਜਾ ਕੇ ਉਹਨਾਂ ਨੇ ਇੱਕ ਟੇਲਰ ਨੂੰ, ਦਰਜੀ ਨੂੰ ਪੈਸੇ ਦਿੱਤੇ ਆ ਵੀ ਭਾਈ ਇਹਨਾਂ ਦੇ ਵੀ ਪੈਸੇ ਦੇਣੇ ਸੀ। ਇਹ ਦੇਖੋ ਇਹ ਤਾਂ ਰਾਜਨੀਤਿਕ ਗੱਲਾਂ ਹੈਗੀਆਂ ਵੀ ਕਿਸੇ ਨੇ ਕਿਸੇ ਬਾਰੇ ਕੀ ਕਹਿਣਾ, ਕਿਸੇ ਨੇ ਕਿਸੇ ਬਾਰੇ ਕੀ ਕਹਿਣਾ। ਪਰ ਕੁੱਲ ਮਿਲਾ ਕੇ ਗੱਲ ਇਹ ਆ ਵੀ ਜਿਹੜੇ ਵੀ ਹਲਕੇ ਤੋਂ ਜਿਹੜਾ ਵੀ ਨੁਮਾਇੰਦਾ ਚੁਣਿਆ ਗਿਆ ਉਹ ਭਾਈ ਨਿੱਠ ਕੇ ਕੰਮ ਕਰੇ, ਉਹ ਲੋਕਾਂ ਦੀ ਸੇਵਾ ਕਰੇ, ਜ਼ਾਬਤੇ ਦੇ ਵਿੱਚ ਰਵੇ, ਹਿਸਾਬ ਕਿਤਾਬ ਚੇਤੇ ਰੱਖੇ। ਜੀ ਤੋਂ ਲੈਣੇ ਆ ਉਹ ਵੀ ਚੇਤੇ ਰੱਖੋ, ਜਿਹਦੇ ਦੇਣੇ ਉਹ ਵੀ ਚੇਤੇ ਰੱਖੋ। ਜੱਜ ਦਾ ਵਿਚਾਰ। ਟਾਣਾ ਸਾਹਿਬ ਵੋਟਾਂ ਚਾਹੇ ਪੈ ਗਈਆਂ, ਪਰ ਫਿਰ ਵੀ ਹੌਲੀ ਕਈ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਹੁੰਦੀਆਂ ਨੇ। ਹੁਣ ਵੀ ਇੱਕ ਖਬਰ ਸਾਹਮਣੇ ਆਈ ਜਿਹਨੇ ਅੰਦਰੋਂ ਖੁਸ਼ ਵੀ ਕੀਤਾ, ਜਿਹਨੇ ਬਹੁਤ ਕੁਝ ਸੋਚਣ ਲਈ ਵੀ ਮਜਬੂਰ ਕੀਤਾ। ਮੇਰੀ ਬੇਨਤੀ ਇੱਕੋ ਬਾਲਾ ਖੁਸ਼ ਨਹੀਂ ਹੋਣਾ। ਕਿਉਂ? ਕਿਸੇ ਨੂੰ ਵੀ ਸਮੱਸਿਆ ਆ ਸਕਦੀ ਵੀ ਹੱਸਦੇ ਕਿਉਂ ਆ। ਹੱਸਣ ਵਾਲੀ ਤਾਂ ਗੱਲ ਹੈ ਨਹੀਂ ਜੀ, ਮੁੱਦੇ ਤਾਂ ਇੰਨੇ ਵੱਡੇ ਆ।
ਦੁਨੀਆ ਦੇ ਮਸਲੇ ਕਿੰਨੇ ਵੱਡੇ ਆ। ਜੀ। ਬੰਦਾ ਜਦੋਂ ਇਉਂ ਕਹਿੰਦਾ ਤਾਂ ਮੇਰਾ ਜੀ ਕਰਦਾ ਵੀ ਆਉਣ ਸਾਰ ਨਾ ਇੱਥੇ ਪਿੱਟਣ ਲੱਗ ਪਏ, ਹਾਂ ਕਵੇ ਜੀ ਕਿ ਅਸੀਂ ਐਂ ਪਿੱਟਦੇ ਆ ਜੀ। ਤੇ ਕੀ ਪਤਾ ਸਾਰੇ ਮਸਲੇ ਹੀ ਹੱਲ ਹੋ ਜਾਣ। ਨਹੀਂ ਪਰ ਗੱਲ ਇਹ ਹੈ ਟਾਣਾ ਖਬਰਾਂ ਸਾਹਿਬ, ਨੂੰ ਮਜ਼ਾਹੀਆ ਰੂਪ ਦੇ ਵਿੱਚ ਪੇਸ਼ ਕਰਨ ਦਾ ਨਾਂ ਚੱਜ ਦਾ ਵਿਚਾਰ, ਬਿਲਕੁਲ ਹਾਸੇ ਠੱਠੇ ਦੇ ਵਿੱਚ ਗੰਭੀਰ ਗੱਲ ਕਰਨ ਦਾ ਨਾਂ ਚੱਜ ਦਾ ਵਿਚਾਰ। ਜੀ ਗੱਲ ਜਿਹੜਾ ਸਮਝਦਾ ਹੀ ਨਹੀਂ ਹਾਂ ਉਹ ਫਿਰ ਕੀ ਕਵਾਂ। ਜੀ ਬਿਲਕੁਲ। ਨਾਲੇ ਗੱਲ ਇਹ ਹੈ ਕਿ ਕੁਝ ਇੱਕ ਦੇ ਲਈ ਅਸੀਂ ਆਪਣੇ ਲੱਖਾਂ ਦਰਸ਼ਕਾਂ ਨੂੰ ਨਿਰਾਸ਼ ਨਹੀਂ ਕਰ ਹਾਂ। ਸਕਦੇ, ਉਹ ਖੁਸ਼ ਹੁੰਦੇ ਨੇ ਸਾਡੇ ਤੁਸੀਂ ਹਾਸੇ ਹੱਸਿਆ ਨਾਲ। ਕਰੋ। ਹਾਂ ਤੇ ਮੈਂ ਇਸ ਹੋਰ ਲਈ ਹੱਸੋ। ਹੱਸਦੀ ਹਾਂ। ਪਰ ਗੱਲ ਇਹ ਹੈ ਕਿ ਜਿਹੜੀ ਚੀਜ਼ ਨੇ ਮੈਨੂੰ ਖੁਸ਼ੀ ਦਿੱਤੀ ਉਹ ਇਹ ਹੈ ਕਿ ਆਪਾਂ ਅਕਸਰ ਇਹ ਗੱਲ ਕਰਦੇ ਹਾਂ ਨਾ, ਜਦੋਂ ਤੋਂ ਇਹ ਕਿਸਾਨੀ ਘੋਲ ਸ਼ੁਰੂ ਹੋਇਆ ਹੈ ਕਿ ਕਿਸਾਨ ਇੱਕ ਬ੍ਰਾਂਡ ਬਣ ਗਿਆ ਹੈ। ਬਿਲਕੁਲ ਸਹੀ। ਕਿਸਾਨ ਦੀ ਜੋ ਥਾਂ ਹੋਣੀ ਚਾਹੀਦੀ ਸੀ ਉਹ ਥਾਂ ਉਹਨੂੰ ਮਿਲ ਗਈ ਹੈ। ਹੁਣ ਕਿੱਥੇ ਪਹਿਲਾਂ ਅਸੀਂ ਇਹ ਸੋਚਦੇ ਸੀ ਮਿੱਟੀ ਨਾਲ ਮਿੱਟੀ ਹੋਣ ਵਾਲੇ ਲੋਕ ਨੇ, ਜੋ ਕਿ ਬਹੁਤੇ ਲੋਕਾਂ ਦੀ ਗਲਤ ਸੋਚ ਸੀ, ਉਹ ਵੀ ਇਨਸਾਨ ਨੇ ਔਰ ਉਹਨਾਂ ਦਾ ਮਿੱਟੀ ਦੇਣ ਨਾਲ ਅਸੀਂ ਨਹੀਂ ਦੇ ਮਿੱਟੀ ਹੋਣਾ ਸਕਦੇ। ਕੋਈ ਮਾੜੀ ਗੱਲ ਥੋੜੀ ਆ, ਇਹ ਤਾਂ ਕਿਸੇ ਕਿਸਮਤ ਵਾਲੇ ਦੇ ਕਰਮਾਂ ਵਾਲੇ ਦੇ ਹਿੱਸੇ ਆਈ ਗੱਲ ਆ। ਬਿਲਕੁਲ। ਸੋ ਮਿੱਟੀ ਦੇ ਵਿੱਚ ਹੀ ਮਿਲ ਜਾਣਾ, ਮਿੱਟੀ ਦੇ ਅਸੀਂ ਜਾਏ ਆ, ਮਿੱਟੀ ਦੇ ਉੱਤੇ ਅਸੀਂ ਰਹਿੰਦੇ ਆ, ਆ ਮਿੱਟੀ ਨੂੰ ਅਸੀਂ ਚੀਰ ਕੇ ਵਿੱਚ ਬੀਜ ਕੇ ਤੇ ਬਾਅਦ ਦੇ ਵਿੱਚ ਅੰਨ ਖਾਂਦੇ ਆ। ਟਾਣਾ ਸਾਹਿਬ ਇਹ ਗੱਲਾਂ ਜਾਗਦੀਆਂ ਜ਼ਮੀਰਾਂ ਵਾਲੇ ਲੋਕ ਕਰਦੇ ਨੇ, ਜਿਹੜੇ ਇਹ ਕਹਿੰਦੇ ਅੰਨਦਾਤਾ ਕਿਉਂ ਕਹਿੰਦੇ ਹੋ, ਉਹਨਾਂ ਨੂੰ ਤੁਸੀਂ ਨਹੀਂ ਸਮਝਾ ਸਕਦੇ। ਸੋ ਕਿਸਾਨ ਦੀ ਜੋ ਜਗ੍ਹਾ ਸੀ ਮਿਲਣੀ ਚਾਹੀਦੀ ਸੀ ਉਹ ਮਿਲੀ ਆ ਉਹਨੂੰ, ਤੇ ਕਿਸਾਨ ਬ੍ਰਾਂਡ ਬਣ ਗਿਆ। ਤੇ ਜਿਹੜੀ ਖਬਰ ਹੁਣ ਸਾਹਮਣੇ ਆਈ ਹੈ, ਪਿੱਛੇ ਜੇ ਆਪਣੇ ਵੋਟਾਂ ਪਈਆਂ ਨੇ ਹਨਾ, ਉਸ ਤੋਂ ਜਿਹੜੇ ਕਹਿੰਦੇ ਬਾਅਦ ਨੇ ਵੀ ਇਹ ਅੰਨਦਾਤਾ ਅਨ ਉਤਪਾਦਕ ਆ, ਇਹ ਤਾਂ ਜੀ ਅੱਤਵਾਦੀ ਆ, ਇਹ ਤਾਂ ਜੀ ਖਾਲਿਸਤਾਨੀ ਆ, ਇਹ ਮੈਨੂੰ ਲੱਗਦਾ ਸੱਚੀ ਮੁੱਚੀ ਉਹੀ ਗੱਲ ਆ। ਗੱਲ ਥੋੜੀ ਜਿਹੀ ਕਿਸੇ ਨੂੰ ਚੁੱਭਵੀਂ ਨਾ ਲੱਗੇ ਵੀ ਜਿਹੜੇ ਲੋਕ ਨਾ ਨਿੱਕੇ ਹੁੰਦੇ ਟੌਫੀ ਦੀ ਖਾਤਰ ਗੁਆਂਢੀਆਂ ਨੂੰ ਡੈਡੀ ਕਹਿੰਦੇ ਰਹੇ ਆ, ਇਹ ਉਹੀ ਆ ਸਾਰੇ। ਫਿਰ ਤੁਸੀਂ ਕਹਿੰਦੇ ਹੋ ਹੱਸੋ ਨਾ। ਹਾਂ ਪਰ ਚਲੋ ਛੱਡੋ, ਮੈਂ ਜਿਹੜੀ ਗੱਲ ਕਰ ਰਹੀ ਹਾਂ ਵੋਟਾਂ ਪਈਆਂ ਨੇ ਉਹਦੇ ਚ ਹੁਣ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ 333 ਦੇ ਨੇੜੇ ਤੇੜੇ ਉਮੀਦਵਾਰ ਨੇ ਜਿਨ੍ਹਾਂ ਨੇ ਕਿ ਟਰੈਕਟਰ ਹਨਾ, ਕਿਸੇ ਨੇ ਟਰੈਕਟਰ ਦੇ ਉੱਪਰ ਬੰਦਾ ਬੈਠਾ ਹੋਇਆ, ਇਦਾਂ ਦਾ ਜਿਹੜਾ ਚੋਣ ਨਿਸ਼ਾਨ ਹੈ ਉਹਦੇ ਉੱਪਰ ਚੋਣਾਂ ਲੜੀਆਂ ਨੇ। ਦੇਖੋ ਬੜੀ ਚੰਗੀ ਗੱਲ ਆ ਜੀ। 333 ਜਾਣੇ ਆ ਜਿਹੜੇ ਉਹਨਾਂ ਨੇ ਆਜ਼ਾਦ ਤੌਰ ਦੇ ਉੱਤੇ ਜਿਹੜੇ ਉਮੀਦਵਾਰ ਆ ਉਹਨਾਂ ਨੇ ਟਰੈਕਟਰ ਚੋਣ ਨਿਸ਼ਾਨ ਦੇ ਉੱਤੇ ਚੋਣ ਲੜੀ ਆ। 133 ਉਹਦੇ ਵਿੱਚੋਂ ਜਿੱਤ ਗਏ। 113 ਜਾਣੇ ਆ ਜਿਹੜੇ ਉਹਨਾਂ ਨੂੰ ਜਿੱਤ ਦੀ ਝੰਡੀ ਮਿਲੀ ਆ। ਬਿਲਕੁਲ। ਪਰ ਐਤਕੀ ਕਮਾਲ ਹੋਰ ਵੀ ਹੋਈ ਆ, ਜਿਹੜੇ ਬੀਜੇਪੀ ਦੇ ਵੱਖ-ਵੱਖ ਥਾਵਾਂ ਤੋਂ ਉਮੀਦਵਾਰ ਆ ਮਾਲਵਾ ਖਿੱਤੇ ਦੇ ਵਿੱਚ ਕਈ, ਉਹਨਾਂ ਨੂੰ ਨੋਟਾਂ ਦੇ ਬਟਨ ਤੋਂ ਵੀ ਘੱਟ ਵੋਟਾਂ ਪਈਆਂ। ਕਈ ਥਾਵਾਂ ਦੇ ਉੱਤੇ ਨੋਟਾਂ ਨੂੰ 25 ਪੈ ਗਈਆਂ, ਬੀਜੇਪੀ ਦੇ ਉਮੀਦਵਾਰ ਨੂੰ 13 ਜਾਂ 14 ਹੀ ਪਈਆਂ। ਐਦਾਂ ਦੇ ਹਾਲਾਤ ਵੀ ਬਣੇ ਪਏ ਆ। ਦੇਖੋ ਗੱਲ ਇਹ ਹੈ ਤੇ ਹਾਲੇ ਆਪਾਂ 2022 ਚ ਸਰਕਾਰ ਬਣਾਉਣੀ ਆ ਜੀ। ਗੱਲ ਇਹ ਹੈ ਟਾਣਾ ਸਾਹਿਬ ਵੀ ਮੰਥਨ ਕਰਨ ਦੀ ਲੋੜ ਹੈ। ਮੈਂ ਹਾਲੇ ਵੀ ਬਹੁਤ ਸਾਰੇ ਜਿਹੜੇ ਬੀਜੇਪੀ ਦੇ ਨੇਤਾ ਨੇ ਉਹਨਾਂ ਦੇ ਬਿਆਨ ਪੜ੍ਹ ਕੇ ਬੜਾ ਹੈਰਾਨ ਹੁੰਨੀ ਆ। ਮੰਥਨ ਕੀਤਾ ਵਿਆ, ਮੰਥਨ ਹੋ ਗਿਆ। ਅੱਛਾ। ਕਿਸਾਨ ਗੁੰਮਰਾਹ ਹੋਏ ਹਨ। ਅੱਛਾ। ਕਿਸਾਨਾਂ ਨੂੰ ਭੜਕਾਇਆ ਗਿਆ। ਇਹ ਵੱਖਵਾਦੀ ਹਨ, ਇਹ ਅੱਤਵਾਦੀ ਹਨ, ਇਹਨਾਂ ਨੂੰ ਫੰਡਿੰਗ ਹੁੰਦੀ ਹੈ। ਇਹ ਤਾਂ ਦੇਖੋ ਜੀ ਐਵੇਂ ਹੀ ਗੁੰਮਰਾਹ ਹੋ ਕੇ ਬੈਠੇ ਹੈ। ਪਾਕਿਸਤਾਨ ਨਾਲ ਇਹ ਟੂਲ ਕਿੱਟ ਵਾਲੇ ਆ, ਇਹ ਟੁਕੜੇ ਗੈਂਗ ਆ, ਇਹ ਸਾਰੇ ਉਹਨਾਂ ਦੀਆਂ ਗੱਲਾਂ ਰਟੀਆਂ ਰਟਾਈਆਂ ਨੇ। ਕੱਲ ਨੂੰ ਕੋਈ ਹੋਰ ਵੀ ਜੇ ਆਪਣਾ ਹੱਕ ਮੰਗੇਗਾ ਉਹਦੇ ਲਈ ਵੀ ਇਹੀ ਵਰਤੀਆਂ ਜਾਣਗੀਆਂ। ਸੋ ਗੱਲ ਇਹ ਹੈ ਕਿ ਬੀਜੇਪੀ ਦੇ ਬਹੁਤ ਸਾਰੇ ਨੇਤਾ ਹਾਲੇ ਵੀ ਇਹ ਗੱਲ ਕਹਿ ਰਹੇ ਨੇ ਕਿ ਦੇਖੋ ਜੀ ਇਹਨੂੰ ਕਿਸਾਨੀ ਅੰਦੋਲਨ ਨਾਲ ਜੋੜ ਕੇ ਨਾ ਵੇਖੋ, ਇਹਨਾਂ ਨਤੀਜਿਆਂ ਨੂੰ ਫਿਰ ਕਾਹਦੇ ਨਾਲ ਜੋੜ ਕੇ ਵੇਖੀਏ। ਇਹਦਾ ਮਤਲਬ ਫਿਰ ਤੁਸੀਂ ਕੰਮ ਨਹੀਂ ਕੀਤੇ, ਇਸੇ ਲਈ ਲੋਕਾਂ ਨੇ ਤੁਹਾਨੂੰ ਵੋਟਾਂ ਨਹੀਂ ਪਾਈਆਂ। ਜਾਂ ਫਿਰ ਇਹ ਹੋ ਸਕਦਾ ਵੀ ਲੋਕਾਂ ਦਾ ਹੁਣ ਤੁਹਾਨੂੰ ਪਰਖ ਕੇ ਉਹਨਾਂ ਦਾ ਮਨ ਜਿਹੜਾ ਉਹ ਭਰ ਗਿਆ ਤੇ ਹੁਣ ਇਸ ਲਈ ਉਹਨਾਂ ਨੇ ਤੁਹਾਨੂੰ ਵੋਟਾਂ ਨਹੀਂ ਪਈਆਂ। ਫਿਰ ਕਾਰਨ ਵੀ ਦੱਸ ਦਿਓ, ਜੇ ਕਿਸਾਨੀ ਅੰਦੋਲਨ ਨਾਲ ਨਹੀਂ ਜੋੜਨਾ ਤੇ ਫਿਰ ਕੀ ਕਾਰਨ ਆ, ਕਿਉਂ ਨਹੀਂ ਜਿੱਤ ਸਕੇ। ਮੈਂ ਤਾਂ ਖੁਦ ਇਸ ਗੱਲ ਦੇ ਉੱਤੇ ਹੈਰਾਨ ਆ ਵੀ ਨਾ ਨਿੱਕੇ ਜਿਹੇ ਝਟਕੇ ਤੋਂ ਬਹੁਤ ਵੱਡਾ ਸਬਕ ਆਉਣਾ ਚਾਹੀਦਾ। ਜੇਕਰ ਬੀਜੇਪੀ ਸੋਚਦੀ ਹੈ ਜਾਂ ਕਿਸੇ ਵੀ ਪਾਰਟੀ ਦੇ ਜਿਹੜੇ ਨੇਤਾ ਹੈਗੇ ਆ, ਸੀਨੀਅਰ ਨੇਤਾ, ਉਹ ਇਹ ਸੋਚਦੇ ਵੀ ਇਹ ਬਹੁਤ ਛੋਟੀਆਂ ਚੋਣਾਂ, ਇਹਨਾਂ ਛੋਟੀਆਂ ਚੋਣਾਂ ਤੋਂ ਫਿਰ ਬਹੁਤ ਵੱਡਾ ਸਬਕ ਲੈ ਲਓ, ਬਹੁਤ ਵੱਡੀ ਸਿੱਖਿਆ ਲੈ ਲਓ। ਕਿਉਂਕਿ ਜੇਕਰ ਤੁਸੀਂ ਚਾਹੁੰਦੇ ਆ ਵੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਸਰਗਰਮ ਹੋਵੋ, ਜੇਕਰ ਤੁਸੀਂ ਇਹ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਤੁਹਾਡਾ ਕੁਝ ਵਟਿਆ ਜਾਵੇ, ਤਾਂ ਫਿਰ ਤੁਹਾਨੂੰ ਪੰਜਾਬ ਪੱਖੀ ਹੋਣਾ ਪੈਣਾ। ਪੰਜਾਬ ਦੇ ਵਿੱਚ, ਦੇਸ਼ ਦੇ ਵਿੱਚ ਵਸਦੇ ਹਰ ਵਰਗ ਦੀ ਤਰਜਮਾਨੀ ਕਰਨੀ ਪੈਣੀ ਆ। ਪਰ ਜੇਕਰ ਨਹੀਂ ਕਰਦੇ ਤੇ ਫਿਰ ਭਾਈ ਇੱਕ ਵਾਰ ਮੰਥਨ ਫੇਰ ਕਰ ਲਿਓ 22 ਦੇ ਵਿੱਚ। ਨਾਲੇ ਗੱਲ ਤਾਂ ਮਹਿਸੂਸ ਕਰਨ ਦੀ ਹੁੰਦੀ ਹੈ, ਹਾਰ ਚਾਹੇ ਛੋਟੀ ਹੋਵੇ ਚਾਹੇ ਵੱਡੀ ਹੋਵੇ, ਹਾਰ ਹੀ ਹੁੰਦੀ ਹੈ। ਜੇਕਰ ਅਸੀਂ ਛੋਟੀਆਂ ਹਾਰਾਂ ਤੋਂ ਕੁਝ ਨਾ ਸਿੱਖੇ ਤੇ ਫਿਰ ਇੱਕ ਦਿਨ ਵੱਡੀ ਹਾਰ ਵੀ ਹੋਏਗੀ। ਬੂੰਦ ਨਾਲ ਸਾਗਰ ਭਰਦਾ ਹੁੰਦਾ। ਫਿਰ ਆਪਾਂ 2022 ਚ ਮੰਥਨ ਕਰਾਂਗੇ, ਇਸ ਕਰਕੇ ਉਸ ਤੋਂ ਪਹਿਲਾਂ ਕੰਮ ਕਰੀਏ। ਬਿਲਕੁਲ ਸਹੀ। ਚੱਜ ਦਾ ਵਿਚਾਰ। ਹਰਮਨ ਜੀ, ਤੁਸੀਂ ਗੱਲ ਕਹਿੰਦੇ ਸੀਗੇ ਵੀ ਬੰਦੇ ਨੂੰ ਸੋਚਣਾ ਚਾਹੀਦਾ, ਮੰਥਨ ਚਿੰਤਨ ਹੋਣਾ ਚਾਹੀਦਾ। ਆ ਨਰਿੰਦਰ ਸਿੰਘ ਤੋਮਰ ਜਿਹੜੇ ਕਿ ਖੇਤੀਬਾੜੀ ਮੰਤਰੀ ਆ, ਉਹਨਾਂ ਦਾ ਮੰਥਨ ਸਾਹਮਣੇ ਆ ਗਿਆ। ਕੀ ਕਹਿੰਦੇ? ਉਹਨਾਂ ਦਾ ਚਿੰਤਨ, ਉਹਨਾਂ ਦੇ ਵਿਚਾਰ ਆ ਜਿਹੜੇ ਉਹ ਪ੍ਰਗਟ ਹੋ ਗਏ ਆ। ਉਹ ਕਹਿੰਦੇ ਵੀ ਜੋ ਪੰਜਾਬ ਦੇ ਵਿੱਚ ਹਾਰ ਹੋਈ ਆ ਨਾ ਭਾਜਪਾ ਦੀ, ਇਹਦੇ ਪਿੱਛੇ ਕੋਈ ਕਿਸਾਨ ਅੰਦੋਲਨ ਨਹੀਂਗਾ। ਉਹ ਇੱਕ ਥਾਂ ਦੇ ਉੱਤੇ ਪ੍ਰੋਗਰਾਮ ਦੇ ਵਿੱਚ ਗਏ ਸੀਗੇ। ਉਹ ਕਹਿੰਦੇ ਅਕਾਲੀ ਦਲ ਬਾਦਲ ਦੇ ਨਾਲੋਂ ਸਾਡਾ ਤੋੜ ਵਿਛੋੜਾ ਹੋਇਆ। ਅਸੀਂ ਪੱਕੇ ਤੌਰ ਦੇ ਉੱਤੇ ਆਪਣਾ ਆਧਾਰ ਕੱਲੇ ਤੌਰ ਦੇ ਉੱਤੇ ਨਹੀਂ ਸੀ ਬਣਾ ਸਕੇ, ਇਹਦੇ ਕਰਕੇ ਆ। ਪਰ ਅਸੀਂ ਇਹਨੂੰ ਇਹ ਨਹੀਂ ਕਹਿ ਸਕਦੇ ਵੀ ਭਾਈ ਸਾਡਾ ਇਹ ਕਿਸਾਨ ਅੰਦੋਲਨ ਦੇ ਕਰਕੇ ਬੜਾ ਨੁਕਸਾਨ ਹੋ ਗਿਆ। ਐਦਾਂ ਦੀ ਕੋਈ ਗੱਲ ਹੈ ਨਹੀਂਗੀ।
ਫਿਰ ਗੱਲ ਉੱਥੇ ਹੀ ਆ ਜਾਂਦੀ ਹੈ ਵੀ ਜੇਕਰ ਇਦਾਂ ਦੀ ਕੋਈ ਗੱਲ ਹੀ ਹੈ ਨਹੀਂ ਫਿਰ ਗੱਲ ਕੀ ਹੈ। ਨੇ ਇੱਕ ਹੋਰ ਗੱਲ ਦੱਸਦਾ ਵੀ ਜਿਹੜੀ ਗੱਲ ਆ, ਕਿਉਂਕਿ ਬੀਜੇਪੀ ਦੀ ਸ਼ਹਿਰੀ ਖੇਤਰ ਦੀ ਵੋਟ ਮੰਨੀ ਜਾਂਦੀ ਹੈ। ਜੀ ਸ਼ਹਿਰਾਂ ਦੇ ਵਿੱਚ ਹੀ ਲੋਕਾਂ ਨੇ ਕਿ ਬੀਜੇਪੀ ਨੂੰ ਮੂੰਹ ਨਹੀਂ ਲਾਇਆ। ਅਕਾਲੀ ਦਲ ਦੀ ਤਾਂ ਵੋਟ ਹੀ ਪਿੰਡੂ ਪੱਧਰ ਦੀ ਆ। ਜੀ। ਬਹੁਤ ਗਿਣਤੀ ਵੋਟ ਪ੍ਰਤੀਸ਼ਤ ਆ ਜਿਹੜਾ ਉਹ ਅਕਾਲੀ ਦਲ ਦਾ ਪਿੰਡੂ ਖੇਤਰ ਦੀ ਵੋਟ ਆ। ਜੀ। ਸ਼ਹਿਰੀ ਖੇਤਰ ਦੇ ਵਿੱਚ ਬੀਜੇਪੀ ਸਰਗਰਮ ਹੁੰਦੀ ਸੀ। ਜੇਕਰ ਬੀਜੇਪੀ ਦੇ ਨਾਲੋਂ ਅਕਾਲੀ ਦਲ ਨੂੰ ਸ਼ਹਿਰੀ ਖੇਤਰ ਦੇ ਵਿੱਚ ਵੱਧ ਸੀਟਾਂ ਮਿਲੀਆਂ ਤਾਂ ਮਤਲਬ ਇਹਦਾ ਇਹ ਨਹੀਂਗਾ ਵੀ ਸਾਡਾ ਤੋੜ ਵਿਛੋੜਾ ਹੋ ਗਿਆ ਤਾਂ ਕਰਕੇ ਆ। ਮਤਲਬ ਇਹ ਆ ਵੀ ਸ਼ਹਿਰੀ ਖੇਤਰ ਦੇ ਲੋਕ ਵੀ ਤੁਹਾਡੀ ਵਿਰੋਧਤਾ ਕਰਦੇ, ਕਿਉਂਕਿ ਪੈਟਰੋਲ ਦੇ ਕਰਕੇ ਪੀਸੇ ਉਹ ਵੀ ਪਏ ਆ। ਬਿਲਕੁਲ ਕਿਉਂਕਿ ਸਿਲੰਡਰ ਉਹਨਾਂ ਨੂੰ ਵੀ ਚਾਹੀਦਾ, ਪੀਸੇ ਉਹ ਵੀ ਪਏ ਆ। ਉਹਨਾਂ ਦੀਆਂ ਲੋੜਾਂ ਦੀ ਪੂਰਤੀ ਨਹੀਂ ਹੁੰਦੀ, ਉੱਤੋਂ ਕਿਸਾਨੀ ਦੇ ਨਾਲ ਤੁਸੀਂ ਮੱਥਾ ਲਾਈ ਬੈਠੇ ਆ। ਤੁਹਾਡੇ ਪ੍ਰਤੀ ਲੋਕਾਂ ਦੀ ਧਾਰਨਾ ਬਦਲ ਗਈ ਆ ਜੀ। ਔਰ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਅਸੀਂ ਇਹ ਵੀ ਸੋਚਣਾ ਬੰਦ ਕਰ ਦਈਏ ਕਿ ਕਿਸਾਨੀ ਦਾ ਮਸਲਾ ਵੀ ਸਿਰਫ ਪਿੰਡੂ ਖੇਤਰ ਨਾਲ ਜੁੜਿਆ ਹੋਇਆ, ਕਿਉਂਕਿ ਹੁਣ ਸ਼ਹਿਰਾਂ ਦੇ ਵਿੱਚ ਵਿਚਰਦੇ ਆ ਟਾਣਾ ਸਭ ਪਤਾ ਲੱਗਦਾ ਹੈ ਸ਼ਹਿਰੀ ਖੇਤਰ ਦੇ ਵਿੱਚ ਵੀ ਬਹੁਤ ਸਾਰੀਆਂ ਗੱਡੀਆਂ, ਬਹੁਤ ਸਾਰੀਆਂ ਦੋ ਪਹੀਆ ਵਾਹਨ ਤੁਹਾਨੂੰ ਇਹੋ ਜਿਹੇ ਮਿਲ ਜਾਂਦੇ ਨੇ ਜਿਨ੍ਹਾਂ ਦੇ ਉੱਪਰ ਝੰਡੇ ਲੱਗੇ ਹੋਏ ਨੇ ਕਿਸਾਨੀ ਦੇ, ਜਿਨ੍ਹਾਂ ਦੇ ਮਗਰ ਇਹ ਲਿਖਿਆ ਹੋਇਆ ਵੀ ਨੋ ਫਾਰਮਰ ਨੋ ਫੂਡ। ਸੋ ਇਹ ਤੁਹਾਨੂੰ ਸਮਝਣਾ ਪਊਗਾ ਵੀ ਕਿੱਥੇ ਕਿੱਥੇ ਇਸ ਚੀਜ਼ ਦਾ ਅਸਰ ਹੋਇਆ ਹੈ। ਨਾਲੇ ਦੋ ਚੀਜ਼ਾਂ ਨੇ ਟਾਣਾ ਸਾਹਿਬ। ਪਹਿਲੀ ਚੀਜ਼ ਇਹ ਕਿ ਇੱਕ ਬੰਨੇ ਤੁਸੀਂ ਕਹਿੰਦੇ ਹੋ ਵੀ ਅਕਾਲੀ ਦਲ ਨਾਲੋਂ ਤੋੜ ਵਿਛੋੜੇ ਦਾ ਦੁੱਖ ਹੈ, ਉਹਦੇ ਕਰਕੇ ਸਾਰਾ ਕੁਝ ਹੋਇਆ, ਤੇ ਹਾਲੇ ਤੁਸੀਂ ਇਹ ਵੀ ਦਾਅਵਾ ਕਰਦੇ ਹੋ ਵੀ ਤੁਸੀਂ 2022 ਦੇ ਵਿੱਚ ਫਿਰ ਤੋਂ ਚੋਣਾਂ ਜਿਹੜੀਆਂ ਉਹ ਜਿੱਤੋਗੇ ਤੇ ਫਿਰ ਤੋਂ ਤੁਸੀਂ ਇਕੱਲੇ ਆਪਣੇ ਉਮੀਦਵਾਰ ਖੜੇ ਕਰਕੇ ਤੇ ਫਿਰ ਤੁਸੀਂ ਬਹੁਤ ਵੱਡੀ ਜਿੱਤ ਹਾਸਲ ਕਰੋਗੇ। ਤੇ ਦੂਸਰੇ ਬੰਨੇ ਗੱਲ ਇਹ ਹੈ ਕਿ ਇਹ ਵੀ ਸੋਚੋ ਵੀ ਜੇ ਤੁਹਾਨੂੰ ਦੁੱਖ ਹੈ ਅਕਾਲੀ ਦਲ ਨਾਲੋਂ ਤੋੜ ਵਿਛੋੜੇ ਦਾ, ਤੇ ਅਕਾਲੀ ਦਲ ਨੇ ਤੋੜ ਵਿਛੋੜਾ ਕਿਉਂ ਕੀਤਾ ਸੀ, ਕਿਹੜੀ ਗੱਲ ਕਰਕੇ ਕੀਤਾ ਸੀ, ਫਿਰ ਉਸ ਗੱਲ ਤੇ ਆ ਜਾਓ। ਗੱਲ ਹਰਮਨ ਜੀ ਇੱਥੇ ਆ ਕੇ ਮੁੱਕਦੀ ਹੈ ਵੀ ਕੋਈ ਵੀ ਰਾਜਨੀਤਿਕ ਪਾਰਟੀ ਹੋਵੇ ਉਹਨੂੰ ਸਾਰੇ ਪਾਸੇ ਦੇਖਣਾ ਚਾਹੀਦਾ ਜੀ। ਉਹਨੂੰ ਇਕੱਲੇ ਬਹਾਨੇ ਨਹੀਂ ਬਣਾਉਣੇ ਚਾਹੀਦੇ, ਉਹਨੂੰ ਅਵੱਲੇ ਤਰਕ ਨਹੀਂ ਪੇਸ਼ ਕਰਨੇ ਚਾਹੀਦੇ, ਉਹਨੂੰ ਚਾਹੀਦਾ ਵੀ ਕੁਝ ਨਾ ਕੁਝ ਕੀਤਾ ਜਾਵੇ। ਹੁਣ ਦੇਖੋ ਅਵੱਲੀਆਂ ਗੱਲਾਂ ਕਿਵੇਂ ਹੁੰਦੀਆਂ। ਇੱਕ ਹੈਗੇ ਰਾਮਦਾਸ ਅਠਾਵਲੇ, ਬੀਜੇਪੀ ਦੇ ਨੇਤਾ, ਉਹਨਾਂ ਨੇ ਰਾਹੁਲ ਗਾਂਧੀ ਦੇ ਉੱਤੇ ਵਾਰ ਕੀਤਾ। ਪਿਛਲੇ ਕਈ ਦਿਨਾਂ ਤੋਂ ਰਾਹੁਲ ਗਾਂਧੀ ਹੋਰੀ ਕਹਿ ਰਹੇ ਆ ਕਿ ਹਮ ਦੋ ਹਮਾਰੇ ਦੋ ਦੀ ਸਰਕਾਰ ਚੱਲਦੀ ਹੈ, ਕਿਉਂਕਿ ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਇਹ ਹਮ ਦੋ ਤੇ ਹਮਾਰੇ ਦੋ ਅੰਬਾਨੀ ਤੇ ਅਡਾਨੀ ਦੀ ਆ। ਉਹਨਾਂ ਨੇ ਇਸ ਪ੍ਰਸੰਗ ਦੇ ਵਿੱਚ ਗੱਲ ਕਹੀ ਤੇ ਅਠਾਵਲੇ ਹੋਰੀ ਕਹਿੰਦੇ ਵਿਆਹ ਕਰਵਾ ਲਓ, ਹਮ ਦੋ ਹਮਾਰੇ ਦੋ ਵਾਲੀ ਗੱਲ ਪੂਰੀ ਹੋ ਜੂਗੀ। ਆ ਕੀ ਗੱਲ ਹੋਈ? ਐਂ ਹੀ ਹੁੰਦਾ। ਜੱਜ ਦਾ ਵਿਚਾਰ। ਅਗਲੀ ਖਬਰ ਜਿਹੜੀ ਹੈ ਉਹ ਰਾਕੇਸ਼ ਟਕੈਤ ਹੋਰਾਂ ਦੇ ਨਾਲ ਜੁੜੀ ਹੋਈ ਹੈ। ਮਹਾਪੰਚਾਇਤਾਂ ਦਾ ਦੌਰ ਜਿਹੜਾ ਹੈ ਉਹ ਚੱਲ ਰਿਹਾ ਹੈ ਹਰਿਆਣੇ ਦੇ ਵਿੱਚ, ਯੂਪੀ ਦੇ ਵਿੱਚ। ਸੋ ਇੱਕ ਮਹਾਪੰਚਾਇਤ ਫਿਰ ਤੋਂ ਹੋਈ ਹੈ ਜਿਹਦੇ ਵਿੱਚ ਰਾਕੇਸ਼ ਟਕੈਤ ਹੋਰਾਂ ਨੇ ਜਿਹੜੀਆਂ ਗੱਲਾਂ ਕੀਤੀਆਂ, ਉਹਨਾਂ ਗੱਲਾਂ ਨੇ ਇੱਕ ਵਾਰ ਫਿਰ ਤੋਂ ਲੋਕਾਂ ਦਾ ਧਿਆਨ ਖਿੱਚਿਆ। ਦੇਖੋ ਇੱਕ ਤਾਂ ਜਾਣਕਾਰੀ ਇਹ ਆ ਵੀ 20 ਤਰੀਕ ਨੂੰ ਯਾਨੀ ਕਿ 20 ਫਰਵਰੀ ਨੂੰ ਟਕੈਤ ਹੋਰਾਂ ਨੇ ਮਹਾਰਾਸ਼ਟਰ ਦੇ ਵਿੱਚ ਕਰਨੀ ਸੀਗੀ ਮਹਾਪੰਚਾਇਤ। ਉਥੋਂ ਦੇ ਪ੍ਰਸ਼ਾਸਨ ਦੇ ਵੱਲੋਂ ਇਨਕਾਰ ਕਰ ਦਿੱਤਾ ਗਿਆ, ਕਹਿੰਦੇ ਅਸੀਂ ਇਜਾਜ਼ਤ ਨਹੀਂ ਦੇ ਸਕਦੇ ਕਿਉਂਕਿ ਮਹਾਰਾਸ਼ਟਰ ਦੇ ਵਿੱਚ ਕਰੋਨਾ ਲਗਾਤਾਰ ਵੱਧ ਰਿਹਾ। 2 ਜ਼ਿਲ੍ਹਿਆਂ ਦੇ ਵਿੱਚ ਲੋਕਡਾਊਨ ਦੀ ਖਬਰ ਸਾਹਮਣੇ ਆ ਗਈ ਆ। ਉਸ ਤੋਂ ਅਗਲੀ ਗੱਲ ਇਹ ਹੈ ਵੀ ਕੱਲ ਹਿਸਾਰ ਦੇ ਵਿੱਚ ਗਏ ਸੀਗੇ ਟਕੈਤ ਹੋਰੀ ਮਹਾਪੰਚਾਇਤ ਨੂੰ ਸੰਬੋਧਨ ਕਰਨ। ਇੱਥੇ ਉਹਨਾਂ ਨੇ ਬੜੀਆਂ ਤੱਤੀਆਂ ਗੱਲਾਂ ਕਹੀਆਂ। ਉਹ ਕਹਿੰਦੇ ਵੀ ਜੇਕਰ ਇਹੀ ਹਾਲਾਤ ਰਹੇ ਨਾ 40 ਲੱਖ ਟਰੈਕਟਰ ਲੈ ਕੇ ਦਿੱਲੀ ਦੇ ਵੱਲ ਜਾਵਾਂਗੇ ਤੇ ਕੇਂਦਰ ਦੀ ਸਰਕਾਰ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਵੀ ਕਿਸਾਨ ਕੀ ਕਰ ਸਕਦੇ ਆ। ਉਹਨਾਂ ਨੇ ਕਿਹਾ ਵੀ ਆਪਦੇ ਟਰੈਕਟਰਾਂ ਦੇ ਵਿੱਚ ਤੇਲ ਪਾਣੀ ਫੁੱਲ ਕਰਕੇ ਰੱਖੋ, ਕੋਈ ਪਤਾ ਨਹੀਂ ਕਿਹੜੇ ਵੇਲੇ ਦਿੱਲੀ ਦੇ ਵੱਲ ਧਾਵਾ ਕਰਨਾ ਪੈ ਜੇ। ਹੁਣ ਵੈਸੇ ਵੀ ਕਿਸਾਨ ਆਗੂਆਂ ਦੀ ਇੱਛਾ ਇਹ ਹੈ ਵੀ ਅਸੀਂ ਪੱਛਮੀ ਬੰਗਾਲ ਦੇ ਵੱਲ, ਕਲਕੱਤੇ ਦੇ ਵੱਲ ਵੀ ਕੂਚ ਕਰੀਏ, ਵੀ ਬੀਜੇਪੀ ਨੂੰ, ਭਾਜਪਾ ਨੂੰ ਰਾਜਨੀਤਿਕ ਤੌਰ ਦੇ ਉੱਤੇ ਚੁਣੌਤੀ ਦੇਈਏ ਤਾਂ ਜੋ ਇਹਨਾਂ ਨੂੰ ਪਤਾ ਲੱਗੇ ਵੀ ਮਸਲੇ ਕੀ ਆ, ਕਿਸਾਨ ਕਿਹੜੀ ਗੱਲੋਂ ਸਾਡਾ ਵਿਰੋਧ ਕਰ ਰਹੇ ਆ, ਤੇ ਜੇਕਰ ਝਟਕੇ ਲੱਗਣਗੇ ਤਾਂ ਇਹਨਾਂ ਨੂੰ ਖੇਤੀ ਕਾਨੂੰਨ ਵਾਪਸ ਲੈਣ ਦੀ ਗੱਲ ਚੇਤੇ ਆਉਣੀ ਹੈ। ਬਿਲਕੁਲ ਸਹੀ। ਉਸ ਤੋਂ ਅਗਲੀ ਗੱਲ ਉਹਨਾਂ ਨੇ ਇਹ ਕਹੀ ਟਕੈਤ ਹੋਰਾਂ ਨੇ, ਕਹਿੰਦੇ ਬਈ ਅਸੀਂ ਆਪਣੀਆਂ ਫਸਲਾਂ ਨੂੰ ਅੱਗ ਲਾ ਦੇਾਂਗੇ, ਖੜੀ ਫਸਲ ਨੂੰ ਅੱਗ ਲਾ ਦੇਾਂਗੇ, ਪਰ ਕਿਸਾਨ ਇੱਕ ਫਸਲ ਦੀ ਕੁਰਬਾਨੀ ਦੇ ਕੇ ਵੀ ਕੇਂਦਰ ਦੀ ਸਰਕਾਰ ਨੂੰ ਇਹ ਸੁਨੇਹਾ ਦੇ ਸਕਦਾ ਵੀ ਅਸੀਂ ਕਿੰਨੇ ਇਸ ਵਕਤ ਹੱਕ ਮੰਗਣ ਦੇ ਲਈ ਆ, ਕਿੰਨੇ ਅਸੀਂ ਇਸ ਵਕਤ ਜਨੂਨੀ ਆ, ਕਿੰਨੇ ਅਸੀਂ ਆਪਦੇ ਹੱਕ ਦੇ ਉੱਤੇ ਡਾਕਾ ਵੱਜਿਆ ਸਮਝਦੇ ਆ, ਤੇ ਅਸੀਂ ਆਪਦੇ ਜੋਗਾ ਅੰਨ ਪੈਦਾ ਕਰ ਲਾਂਗੇ। ਤੇ ਜੇਕਰ ਅਸੀਂ ਬਾਕੀ ਲੋਕਾਂ ਦੇ ਲਈ, ਬਾਕੀ ਦੇਸ਼ਾਂ ਦੇ ਲਈ ਅੰਨ ਪੈਦਾ ਕਰਨਾ ਬੰਦ ਕਰਤਾ ਤਾਂ ਫਿਰ ਥੋੜੀ ਧਰਨ ਟਕਾੜੀ ਆਉਣੀ ਆ। ਬਿਲਕੁਲ ਸਹੀ। ਉਹਨਾਂ ਨੇ ਕਿਹਾ ਕਿ ਦੇਖੋ ਸਰਕਾਰ ਨੂੰ ਸ਼ਾਇਦ ਇਹ ਲੱਗਦਾ ਵੀ ਥੋੜੀ ਦੇਰ ਨੂੰ ਵਾਢੀ ਸ਼ੁਰੂ ਹੋ ਜਾਣੀ ਹੈ ਤੇ ਕਿਸਾਨ ਆਪਣੇ ਆਪ ਇੱਥੋਂ ਉੱਠ ਕੇ ਤੇ ਵਾਪਸ ਚਲੇ ਜਾਣਗੇ ਤੇ ਜਾ ਕੇ ਆਪਣਾ ਕੰਮਕਾਜ ਵੇਖਣਗੇ। ਤੇ ਉਹ ਕਹਿੰਦੇ ਵੀ ਸਰਕਾਰ ਇਹ ਚੀਜ਼ ਭੁੱਲ ਜਾਵੇ, ਅਸੀਂ ਖੜੀਆਂ ਫਸਲਾਂ ਨੂੰ ਵੀ ਅੱਗ ਲਾ ਸਕਦੇ ਹਾਂ, ਸਾਡੇ ਲਈ ਉਹ ਚੀਜ਼ਾਂ ਜਿਹੜੀਆਂ ਨੇ ਉਹ ਬਾਅਦ ਚ ਨੇ, ਪਹਿਲਾਂ ਅਸੀਂ ਆਪਣੇ ਹੱਕ ਲੈ ਕੇ ਜਾਵਾਂਗੇ। ਸੋ ਇਹਨਾਂ ਗੱਲਾਂ ਦੇ ਨਾਲ ਟੈਣਾ ਸਾਹਿਬ ਮੈਨੂੰ ਲੱਗਦਾ ਹੈ ਕਿ ਲੋਕਾਂ ਦੇ ਅੰਦਰ ਇੱਕ ਵਾਰ ਫਿਰ ਤੋਂ ਜਿਹੜੀ ਥੋੜੀ ਜਿਹੀ ਊਰਜਾ ਹੈ ਉਹ ਭਰਨੀ ਸ਼ੁਰੂ ਹੋਈ ਹੈ, ਕਿਉਂਕਿ ਇੱਕ ਪਾਸੇ ਬੰਗਾਲ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਜੇਕਰ ਵਾਕਈ ਉੱਥੇ ਭਾਜਪਾ ਨੂੰ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਫਿਰ ਇੱਕ ਬਹੁਤ ਵੱਡੀ ਗੱਲ ਹੋਊਗੀ। ਬਿਲਕੁਲ ਜੀ। ਤੇ ਕਿਸਾਨ ਆਗੂਆਂ ਨੇ ਕਿਹਾ ਜੀ ਕਿ ਇੱਕ ਤਾਂ ਸਾਡੀ ਨਜ਼ਰ ਹੈਗੀ ਆ ਹਰਿਆਣੇ ਤੇ, ਕਿਉਂਕਿ ਜੇਕਰ ਇਹ ਰਾਜਨੀਤਿਕ ਘਾਟੇ ਨੂੰ ਹੀ, ਨੁਕਸਾਨ ਨੂੰ ਹੀ ਇਹ ਮੰਨਦੇ ਆ ਵੀ ਭਾਈ ਹੁਣ ਤਾਂ ਲੋਕ ਸੱਚੀ ਮੁੱਚੀ ਗੁੱਸੇ ਆ, ਉਹਦਾ ਤਾਂ ਮੰਨ ਕੇ ਵੀ ਨਹੀਂ ਰਾਜ਼ੀ, ਤਾਂ ਫਿਰ ਅਸੀਂ ਕੇਂਦਰਿਤ ਕੀਤਾ ਧਿਆਨ ਹਰਿਆਣੇ ਦੀਆਂ ਮਹਾਪੰਚਾਇਤਾਂ ਦੇ ਉੱਤੇ ਇਸ ਕਰਕੇ ਵੀ ਉੱਥੇ
10-12 ਸੀਟਾਂ ਦੀ ਗੱਲ ਹੀ ਆ। ਜੇ ਦੁਸ਼ਯੰਤ ਚੌਟਾਲਾ ਹੋਰੀ ਅਸਤੀਫਾ ਦੇ ਦਿੰਦੇ ਆ ਤਾਂ ਖੱਟੜ ਦੀ ਸਰਕਾਰ ਗਈ। ਸੋ ਇਸ ਕਰਕੇ ਪੰਜਾਬ ਦੇ ਵਿੱਚ ਝਟਕਾ ਲੱਗ ਹੀ ਗਿਆ ਤੇ ਉਧਰ ਮਹਾਰਾਸ਼ਟਰ ਦੇ ਵਿੱਚ ਵੀ ਉਹ ਕਦੇ ਵੀ ਝਟਕਾ ਲੱਗਾ ਹੀ ਹੋਇਆ ਕਿਉਂਕਿ ਸਰਕਾਰ ਬੀਜੇਪੀ ਦੀ ਹੈ ਨਹੀਂਗੀ ਤੇ ਪੱਛਮੀ ਬੰਗਾਲ ਦੇ ਵਿੱਚ ਜੇਕਰ ਝਟਕਾ ਲੱਗ ਜਾਂਦਾ ਤਾਂ ਫਿਰ ਆਪੇ ਧਰਨ ਟਿਕਾਣੇ ਆ ਜਾਣੀ ਆ। ਸੋ ਟਕੈਤ ਹੋਰਾਂ ਦੇ ਇਸ ਬਿਆਨ ਦੇ ਉੱਤੇ ਕਈ ਤਰ੍ਹਾਂ ਦੀ ਚਰਚਾ ਚੱਲ ਰਹੀ ਆ ਪਰ ਟਕੈਤ ਹੋਰੀ ਬੜੀ ਸਰਗਰਮੀ ਨਾਲ ਵਿਚਰ ਰਹੇ ਆ। ਪੰਜਾਬ ਦੇ ਕਿਸਾਨ ਆਗੂ ਵੀ ਵਿਚਰ ਰਹੇ ਆ ਪਰ ਸਭ ਤੋਂ ਵੱਧ ਸਰਗਰਮੀ ਇਸ ਵਕਤ ਟਕੈਤ ਹੋਰਾਂ ਨੇ ਫੜੀ ਆ। ਜੀ ਟੈਣਾ ਸਾਹਿਬ ਸੋਸ਼ਲ ਮੀਡੀਆ ਤੇ ਨਾ ਹੋਰ ਵੀ ਕਈ ਤਰ੍ਹਾਂ ਦੀ ਜਿਹੜੀ ਚਰਚਾ ਹੈ ਉਹਨੇ ਜਨਮ ਲਿਆ ਹੈ ਔਰ ਉਹ ਗੱਲਾਂ ਜਿਹੜੀਆਂ ਨੇ ਉਹ ਸੋਚ ਕੇ ਵਾਕਈ ਇਨਸਾਨ ਨੂੰ ਲੱਗਦਾ ਹੈ ਕਿ ਗੱਲ ਦੇ ਵਿੱਚ ਦਮ ਤਾਂ ਹੈ, ਤਰਕ ਤਾਂ ਹੈ। ਦੇਖੋ ਮੈਂ ਇੱਕ ਤਸਵੀਰ ਵੇਖੀ ਜਿਹਦੇ ਵਿੱਚ ਕਿ ਇੱਕ ਬਹੁਤ ਜਿਹੜਾ ਪੱਤਰਕਾਰ ਵੱਡਾ ਜਿਹਦਾ ਨਾਂ ਹੈ ਉਸ ਪੱਤਰਕਾਰ ਦੀ ਤਸਵੀਰ ਲੱਗੀ ਹੋਈ ਸੀ ਤੇ ਇੱਕ ਬੰਨੇ ਜਿਹੜਾ ਇਹ ਟੂਲ ਕਿਟ ਦਾ ਮਾਮਲਾ ਅੱਜਕੱਲ ਚੱਲ ਰਿਹਾ ਉਹ ਦਿਸ਼ਾ ਰਵੀ ਦੀ ਤਸਵੀਰ ਲੱਗੀ ਹੋਈ ਸੀ। ਉਹ 'ਚ ਲਿਖਿਆ ਹੋਇਆ ਸੀ ਵੀ ਦੇਖੋ ਕਿੰਨੀ ਨਾਇਨਸਾਫੀ ਹੈ ਕਿ ਇੱਕ ਪਾਸੇ ਉਹ ਪੱਤਰਕਾਰ ਜਿਹਦਾ ਨਾਮ ਇਸ ਲਈ ਲਿਆ ਜਾ ਰਿਹਾ ਹੈ ਜਿਹਦੇ ਉੱਪਰ ਇਹ ਦੋਸ਼ ਲੱਗ ਰਹੇ ਨੇ ਕਿ ਉਹਨੇ ਸਾਰੀ WhatsApp ਵਾਲੀ ਜਿਹੜੀ ਚੈਟ ਹੈ ਜਾਂ ਜੋ ਵੀ ਭਾਰਤ ਦੇ ਵਿੱਚ ਜੋ ਵੀ ਕਹਿ ਲਓ ਖੂਫੀਆ ਜਾਣਕਾਰੀ ਸੀ ਉਹਨੂੰ ਸਾਰਾ ਲੀਕ ਆਊਟ ਕਰਤਾ ਪਰ ਫਿਰ ਵੀ ਉਹਦੇ ਖਿਲਾਫ ਕੋਈ ਵੀ ਗੱਲਬਾਤ ਜਿਹੜੀ ਉਹ ਨਹੀਂ ਹੋ ਰਹੀ ਤੇ ਦੂਸਰੇ ਬੰਨੇ ਟੂਲ ਕਿਟ ਮਾਮਲੇ ਦੇ ਵਿੱਚ ਜਿੰਨੇ ਵੀ ਕਾਰਕੁਨ ਨੇ ਉਹਨਾਂ ਨੂੰ ਫੜਿਆ ਜਾ ਰਿਹਾ ਹੈ। ਸੋ ਲੋਕਾਂ ਦਾ ਧਿਆਨ ਇਸ ਵਾਲੇ ਪਾਸੇ ਵੀ ਜਾ ਰਿਹਾ ਹੈ। ਟੂਲ ਕਿਟ ਨੂੰ ਜੇਕਰ ਤੁਸੀਂ ਪੜ੍ਹਿਆ ਹੋਵੇ ਜੀ ਉਹਦੇ ਵਿੱਚ ਜੋ ਵੀ ਲਿਖਿਆ ਹੋਇਆ ਉਹਦੇ ਵਿੱਚ ਨਾ ਤਾਂ ਕੋਈ ਭਾਰਤ ਦੇ ਖਿਲਾਫ ਗੱਲ ਆ ਨਾ ਕੋਈ ਇਸ ਵਕਤ ਤਿਰੰਗੇ ਦੇ ਖਿਲਾਫ ਗੱਲ ਆ ਨਾ ਹੀ ਕੋਈ ਦੇਸ਼ ਦੇ ਖਿਲਾਫ ਕੋਈ ਇਹੋ ਜਿਹੀਆਂ ਗਤੀਵਿਧੀਆਂ ਹੈਗੀਆਂ ਜਿਹਦੇ ਉੱਤੇ ਕਾਰਵਾਈ ਹੋਵੇ। ਇਹ ਟੂਲ ਕਿਟ ਆ ਜਿਹੜਾ ਇਹਦੇ ਬਾਬਤ ਤਾਂ ਐਵੇਂ ਇੱਕ ਮੁੱਦਾ ਬਣਾ ਦਿੱਤਾ ਗਿਆ ਇੱਕ ਵਰੋਲਾ ਬਣਾ ਦਿੱਤਾ ਗਿਆ ਵੀ ਇਹ ਤਾਂ ਜੀ ਟੂਲ ਕਿਟ ਟੈਂਕ ਕਰ ਦਿੱਤੀ ਗਈ ਇੱਕ ਸ਼ਬਦ ਨਵਾਂ ਜਿਹਾ ਲੱਭਿਆ ਇਸ ਕਰਕੇ ਉਹ ਸ਼ਬਦ ਦੇ ਪਿੱਛੇ ਪੈ ਗਏ ਆ ਪਰ ਉਹਦੇ ਵਿੱਚ ਕੋਈ ਵੀ ਦੇਸ਼ ਦੇ ਖਿਲਾਫ ਗੱਲ ਨਹੀਂ ਗਈ। ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਕਿਸਾਨ ਅੰਦੋਲਨ ਨੂੰ ਹੋਰ ਸਰਗਰਮ ਕਰਨ ਦੇ ਲਈ ਕੀ ਯੋਜਨਾਵਾਂ ਉਲੀਕਣੀਆਂ ਚਾਹੀਦੀਆਂ ਕੀ ਕਰਨਾ ਚਾਹੀਦਾ ਕਿਹੜੇ ਹੈਸ਼ਟੈਗਸ ਵਰਤੇ ਜਾਣੇ ਚਾਹੀਦੇ ਨੇ ਕਿਵੇਂ ਇਸ ਅੰਦੋਲਨ ਨੂੰ ਹੋਰ ਅੱਗੇ ਵਧਾਇਆ ਜਾਣਾ ਚਾਹੀਦਾ। ਅਸਲ 'ਚ ਜਿਹੜਾ ਟੂਲ ਕਿਟ ਹੈ ਇਹਦੀ ਸ਼ੁਰੂਆਤ ਅਮਰੀਕਾ ਦੇ ਵਿੱਚ ਹੋਈ ਸੀ ਜਦੋਂ ਕਿ ਆਪਾਂ ਜਾਣਦੇ ਹਾਂ ਕਿ ਕੁਝ ਮਹੀਨਿਆਂ ਪਹਿਲਾਂ ਦੀ ਹੋਈ ਗੱਲ ਹੈ ਹਾਲੇ ਕਿ ਉੱਥੇ ਜਦੋਂ ਇੱਕ ਪੁਲਿਸ ਵਾਲੇ ਦੇ ਵੱਲੋਂ ਇੱਕ ਸ਼ਖਸ ਨੂੰ ਮਾਰ ਦਿੱਤਾ ਗਿਆ ਸੀ ਗੋਡਾ ਉਹਦੀ ਧੌਣ ਦੇ ਉੱਪਰ ਰੱਖ ਕੇ ਉਸ ਤੋਂ ਬਾਅਦ ਬਲੈਕ ਲਾਈਵਜ਼ ਮੈਟਰ ਇਹ ਜਿਹੜੇ ਉੱਥੇ ਅੰਦੋਲਨ ਚੱਲਿਆ ਸੀ ਜਿਸ ਤੋਂ ਬਾਅਦ ਵਿੱਚ ਉੱਥੇ ਇਸ ਟੂਲ ਕਿਟ ਨੂੰ ਪਹਿਲੀ ਵਾਰ ਇਹ ਸ਼ਬਦ ਜਿਹੜਾ ਸੁਣਨ ਨੂੰ ਮਿਲਿਆ ਸੀ ਤੇ ਉਸ ਤੋਂ ਬਾਅਦ ਵਿੱਚ ਹੁਣ ਇੱਥੇ ਇਸ ਚੀਜ਼ ਦਾ ਰੌਲਾ ਪੈ ਗਿਆ। ਜੀ ਜੱਜ ਦਾ ਵਿਚਾਰ। ਟਾਣਾ ਸਾਹਿਬ ਹੁਣ ਉਸ ਬੀਬੀ ਦੀ ਗੱਲ ਕਰਦੇ ਆ ਕਿਹੜੀ ਦੀ ਜਿਹਦੇ ਬਾਰੇ ਗੱਲ ਕਰਨ ਨੂੰ ਜੀਤਾ ਨਹੀਂ ਕਰਦਾ ਪਰ ਬੀਬੀ ਕਾ ਤੋਂ ਆਖਿਆ ਬੀਬੀ ਨਹੀਂ ਕਹਿਣਾ ਚਾਹੀਦਾ ਬੀਬੀ ਹੈਗਾ ਬਹੁਤ ਸਤਿਕਾਰਤ ਸ਼ਬਦ ਬਿਲਕੁਲ ਸਹੀ ਤੇ ਜਾਂ ਤਾਂ ਸਤਿਕਾਰ ਕਰਦੇ ਹੋਵੋਗੇ ਜਿਹਦੀ ਵੀ ਗੱਲ ਕਰਨੀ ਹੈ ਨਹੀਂ ਤੇ ਜਾਂ ਫਿਰ ਤੁਸੀਂ ਬੀਬੀ ਸ਼ਬਦ ਵਾਪਸ ਲੈ ਲਓ। ਦੇਖੋ ਔਰਤ ਦਾ ਸਤਿਕਾਰ ਕਰਨਾ ਚਾਹੀਦਾ ਬਿਲਕੁਲ ਚਾਹੀਦਾ ਪਰ ਸਤਿਕਾਰ ਬੰਦੇ ਦਾ ਕਹਿ ਕੇ ਨਹੀਂ ਕਿਸੇ ਦਾ ਹੁੰਦਾ ਸਤਿਕਾਰ ਹਾਸਲ ਕਰਨਾ ਪੈਂਦਾ ਅੰਦਰੋਂ ਪੈਦਾ ਹੁੰਦੇ ਵਿਚਾਰ ਉਹ ਵੀ ਭਾਈ ਇਹਦੇ ਮੂਹਰੇ ਆਪਾਂ ਸ਼੍ਰੀਮਾਨ ਲਾਉਣਾ ਸਰਦਾਰ ਜੀ ਲਾਉਣਾ ਇਹਦੇ ਮੂਹਰੇ ਅਸੀਂ ਭੈਣ ਜੀ ਕਹਿਣਾ ਇਹਨੂੰ ਅਸੀਂ ਬੀਬੀ ਜੀ ਕਹਿਣਾ ਕੀ ਕਹਿਣਾ ਕੀ ਨਹੀਂ ਕਹਿਣਾ ਬਿਲਕੁਲ ਸਹੀ। ਤੇ ਹੁਣ ਮੈਂ ਕੀ ਕਹਾਂ ਗੁੱਡੀ ਕਹਿ ਦੋ ਜਿਹੜੀ ਗੁੱਡੀ ਦੀ ਗੱਲ ਕਰ ਲੱਗੀ ਇਹ ਗੁੱਡੀ ਹਮੇਸ਼ਾ ਵਿਵਾਦਾਂ ਨੂੰ ਸਹੇੜਦੀ ਹੈ ਪਤਾ ਨਹੀਂ ਕਿਉਂ ਇਹਨੂੰ ਇਹ ਲੱਗਦਾ ਹੈ ਕਿ ਪੂਰੀ ਦੁਨੀਆ 'ਚ ਕੁਝ ਵੀ ਹੋ ਜਾਏ ਜੇ ਮੈਂ ਨਾ ਬੋਲੂੰਗੀ ਤਾਂ ਇਹ ਪੂਰੀ ਨਹੀਂ ਹੋਣੀ ਗੱਲ। ਕੰਗਣਾ ਰਣੌਤ ਹੋਣੀ ਆ ਬਸ ਫਿਰ ਕੰਗਣਾ ਤੁਹਾਡਾ ਜੀ ਸਾਨੂੰ ਕਰੇ ਇਸ਼ਾਰੇ ਹਾਂ ਇਹ ਵਾਵਾ ਇਸ਼ਾਰੇ ਕਰਦੀ ਪਈ ਹੈ। ਸੋ ਹੁਣ ਇਹ ਕਹਿੰਦੀ ਵੀ ਚਲੋ ਇਧਰਲੇ ਵਾਲੇ ਬੰਨੇ ਤਾਂ ਮੂੰਹ ਤੋੜ ਜਵਾਬ ਜਿਹੜਾ ਉਹ ਲੋਕਾਂ ਨੇ ਦੇ ਦਿੱਤਾ ਭਾਰਤ ਦੇ ਵਿੱਚ ਜੋ ਕੁਝ ਮੈਂ ਬੋਲੀ ਆ ਉਸ ਤੋਂ ਬਾਅਦ ਵਿੱਚ ਵਾਵਾ ਰੌਲਾ ਪੈ ਗਿਆ ਤੇ ਹੁਣ ਇਹਨੇ ਅਮਰੀਕਾ ਨੂੰ ਲੰਮੇ ਹੱਥੀ ਲੈ ਲਿਆ। ਅਮਰੀਕਾ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਜੋ ਬਾਈਡਨ ਜਿਹੜੇ ਰਾਸ਼ਟਰਪਤੀ ਨੇ ਉੱਥੋਂ ਦੇ ਉਹਨਾਂ ਦੇ ਬਾਰੇ ਦੇ ਵਿੱਚ ਇਸ ਬੀਬੀ ਨੇ ਹੁਣ ਸੋਸ਼ਲ ਮੀਡੀਆ ਦੇ ਉੱਪਰ ਟਵੀਟ ਕੀਤੀ ਹੈ ਜਿਸ 'ਚ ਕਹਿੰਦੀ ਹੈ ਕਿ ਜੋ ਬਾਈਡਨ ਤਾਂ ਚੀਨ ਦਾ ਪਾਲਤੂ ਹੈ। ਦੇਖੋ ਮੈਨੂੰ ਨਾ ਨਿੱਕੇ ਹੁੰਦੇ ਨੂੰ ਮੇਰੇ ਨਾਨਾ ਜੀ ਨੇ ਇੱਕ ਕਹਾਣੀ ਸੁਣਾਈ ਸੀ ਵੀ ਪੁੱਤ ਇੱਕ ਵਾਰੀ ਬਾਂਦਰ ਨੂੰ ਗਲੇਲ ਲੱਭ ਗਈ ਉਹਨੇ ਫਿਰ ਇੰਨੇ ਨਿਸ਼ਾਨੇ ਲਾਏ ਕਦੇ ਕਿਸੇ ਦਾ ਘੜਾ ਭੰਨ ਦਿਆ ਕਰੇ ਕਦੇ ਕਿਸੇ ਦੇ ਉਦਾਂ ਗਲੇਲ ਦੇ ਨਾਲ ਨਿਸ਼ਾਨਾ ਲਾ ਦਿਆ ਕਰੇ ਵੀ ਲੋਕ ਉਹ ਤੋਂ ਬਾਹਲੇ ਹੀ ਔਖੇ ਸੀਗੇ ਤੇ ਫਿਰ ਇੱਕ ਜਿਹੜਾ ਬਾਂਦਰ ਬੰਨਣਾ ਪੈ ਗਿਆ ਗਲੇਲ ਖੋਲੀ ਫਿਰ ਉਹਦੀ ਲੱਤ ਬੰਨ ਲਈ। ਹੁਣ ਪਤਾ ਨਹੀਂ ਵੀ ਜਿਹੜੇ ਇਸ ਵਕਤ ਸਾਡੇ ਸਮਾਜ ਦੇ ਵਿੱਚ ਵਿਚਰਦੇ ਆ ਜਿਨ੍ਹਾਂ ਬਾਂਦਰਾਂ ਦੇ ਹੱਥਾਂ ਦੇ ਵਿੱਚ ਗਲੇਲਾਂ ਆਈਆਂ ਵੀ ਉਹਨਾਂ ਨੂੰ ਕਦੋਂ ਰੋਕਿਆ ਜਾਊਗਾ ਤੇ ਕੀ ਉਹਨਾਂ ਦਾ ਹੱਲ ਹੋਊਗਾ। ਕੰਗਣਾ ਰਣੌਤ ਆ ਜਿਹੜੀ ਉਹਨੂੰ ਕਿਸਾਨ ਆ ਜਿਹੜੇ ਉਹ ਅੱਤਵਾਦੀ ਲੱਗਦੇ ਆ ਜਿਹੜੀਆਂ ਮਾਤਾਵਾਂ ਬਜ਼ੁਰਗ ਆ ਉਹ 100 ਰੁਪਏ 'ਚ ਵਿਕਣ ਵਾਲੀਆਂ ਲੱਗਦੀਆਂ ਕਦੇ ਕਿਸੇ ਬਾਰੇ ਫਾਫਾ ਕਰ ਦੇਣੀ ਕਦੇ ਕਿਸੇ ਬਾਰੇ ਫਾਫਾ ਕਰ ਦੇਣੀ ਪੁੱਛਦਾ ਕੋਈ ਫਿਲਮ ਨਗਰੀ ਦੇ ਵਿੱਚ ਵੀ ਨਹੀਂ ਤੇ ਹੁਣ ਕਹਿੰਦੀ ਵੀ ਮੈਂ ਅਮਰੀਕਾ ਦੇ ਰਾਸ਼ਟਰਪਤੀ ਦੇ ਨਾਲ ਪੰਗਾ ਲਿਆ। ਇਹ ਪਤਾ ਲੱਗਾ ਵੀ ਸ਼ੀ ਜਿਨਪਿੰਗ ਦੀ ਤੇ ਜਿਹੜੇ ਜੋ ਬਾਈਡਨ ਦੀ ਗੱਲਬਾਤ ਹੋਈ ਆ ਦੋਵਾਂ ਦੀ ਫੋਨ ਤੇ ਗੱਲਬਾਤ ਹੋਈ ਆ ਦੋਵਾਂ ਨੇ ਵੱਖ-ਵੱਖ ਮਸਲਿਆਂ ਦੇ ਉੱਤੇ ਗੱਲ ਕੀਤੀ ਆ। ਕਹਿੰਦੀ ਵੀ ਜਿਹੜਾ ਬਾਈਡਨ ਆ ਨਾ ਇਹ ਤਾਂ ਚੀਨ ਦਾ ਪਾਲਤੂ ਰੱਖਿਆ ਹੋਇਆ ਇਹ ਤਾਂ ਪੂਛ ਹਲਾਉਂਦਾ ਮੂਹਰੇ ਇਹਨੂੰ ਤਾਂ ਦਵਾਨੀ ਦੀ ਸਮਝ ਨਹੀਂ। ਇਹੋ ਜਿਹਾ ਦੇਸ਼ ਦਾ ਮੁਖੀ ਚਾਹੀਦਾ ਜਿਹਦੀ ਆਵਾਜ਼ ਦੇ ਵਿੱਚ ਦਮ ਹੋਵੇ ਜਿਹੜਾ ਪੂਰੀ ਊਰਜਾ ਵਾਲਾ ਹੋਵੇ ਜਿਹਦਾ ਡਰ ਪੈਦਾ ਹੁੰਦਾ ਹੋਵੇ। ਸੋ ਜਿਨ੍ਹਾਂ ਦੇ ਨਾਲ ਭਾਈ ਤੁਸੀਂ ਮਿਲੇ ਹੋ
ਜਿਨ੍ਹਾਂ ਨੇ ਤੁਹਾਨੂੰ Y+ ਸਿਕਿਉਰਿਟੀ ਦਿੱਤੀ ਆ, ਉਹਨਾਂ ਦੀ ਆਵਾਜ਼ ਦੇ ਦਮ ਨੂੰ ਤੁਸੀਂ ਪਰਖੀ ਜਾਓ। ਜੀ ਦੇਖੋ, ਆਵਾਜ਼ ਦੀ ਦਮ ਨੂੰ ਪਰਖਿਆ ਤਾਂ ਹੈ, ਤਾਂ ਹੀ ਤਾਂ ਇੰਨੇ ਲੰਮੇ ਜਿਹੜੇ ਭਾਸ਼ਣ ਆਉਂਦੇ ਨੇ। ਫਿਰ ਉਸ ਤੋਂ ਬਾਅਦ ਦਬਕੇ 'ਚ ਇੰਨਾ ਡਰ ਹੈ, ਤਾਂ ਹੀ ਤਾਂ ਚੀਨ ਕਹਿੰਦਾ ਵੀ ਦਬਕਾ ਸੀ ਅੰਦਰ ਜਾ ਕੇ 4.5 ਕਿਲੋਮੀਟਰ ਫਿਰ ਸੁਣ ਕੇ ਆਉਨੇ ਆ, ਇੰਨੀ ਦੂਰ ਸਾਨੂੰ ਸੁਣਦਾ ਨਹੀਂ। ਨਾਲੇ ਇਹਨੂੰ ਇਹ ਸਮਝਣਾ ਚਾਹੀਦਾ ਇਸ ਗੁੱਡੀ ਨੂੰ ਕਿ ਗੱਲ ਇਹ ਹੈ ਕਿ ਜੇਕਰ ਤੁਸੀਂ ਭਾਰਤ ਦਾ ਹਿੱਸਾ ਪੰਜਾਬ ਨੂੰ ਨਹੀਂ ਮੰਨਦੇ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਦੁਨੀਆ ਦਾ ਹਿੱਸਾ ਚੀਨ ਨਹੀਂ ਹੈ। ਤੇ ਹੁਣ ਮਤਲਬ ਜੋ ਬਾਈਡਨ ਹੋਰੀ ਪਹਿਲਾਂ ਇਹਨੂੰ ਫੋਨ ਕਰਕੇ ਪੁੱਛਿਆ ਕਰਨ ਵੀ ਮੈਂ ਫਲਾਣੇ ਨਾਲ ਗੱਲ ਕਰ ਲਵਾਂ, ਜੇ ਤੂੰ ਕਹਿੰਨੀ ਹੈ ਤਾਂ। ਵੀ ਹੱਦ ਹੋ ਗਈ। ਜੇਕਰ ਦੁਨੀਆ ਦੇ ਕੋਈ ਮਸਲੇ ਨੇ, ਤੁਹਾਨੂੰ ਬਾਕੀ ਮਸਲੇ ਤਾਂ ਮਸਲੇ ਲੱਗਦੇ, ਜੇ ਦੁਨੀਆ ਦੇ ਕੋਈ ਮਸਲੇ ਨੇ ਤੇ ਜੇ ਉਹਨਾਂ ਨੇ ਆਪਸ 'ਚ ਗੱਲ ਕਰ ਲਈ ਤੇ ਆਪਾਂ ਨੂੰ ਕਿਹੜੀ ਗੱਲੋਂ ਢਿੱਡ ਪੀੜ ਹੋਈ ਹੈ? ਉਹਦਾ ਤਾਂ ਆਪਾਂ ਨਿੱਕੀ ਗੱਲ ਦੇ ਉੱਤੇ ਕਹਿੰਦੇ ਆ ਬਈ ਆ ਜਿਹੜੇ ਨਾ ਟਵਿੱਟਰ ਹੈਂਡਲ ਤੋਂ ਆ ਵੀ ਹਟਾ ਦੇਣਾ ਚਾਹੀਦਾ। ਸਰਕਾਰ ਨੇ ਟਵਿੱਟਰ ਵਾਲਿਆਂ ਨੂੰ ਇਹ ਗੱਲ ਕਹੀ ਆ, ਮੈਨੇਜਮੈਂਟ ਨੂੰ, ਵੀ ਭਾਈ ਆ ਅਕਾਊਂਟ ਡਿਲੀਟ ਕਰੋ, ਪਰ ਇਹ ਇੰਨਾ ਕੁਝ ਬੋਲਦੀ ਹੈ, ਇਹਦੇ ਬਾਰੇ ਕੁਝ ਵੀ ਨਹੀਂ ਕਹਿੰਦੇ। ਨਹੀਂ, ਗੱਲ ਇਹ ਹੈ ਕਿ ਜੇਕਰ ਕੋਈ ਹੱਕ ਮੰਗੇ ਤਾਂ ਉਹ ਦੇਸ਼ ਧਰੋਹੀ ਹੋ ਜਾਂਦਾ ਹੈ, ਉਹ ਅੱਤਵਾਦੀ ਹੋ ਜਾਂਦਾ ਹੈ। ਤੇ ਜੇਕਰ ਇਹ ਬੀਬੀ ਕਿਸੇ ਨੂੰ ਅੱਤਵਾਦੀ ਕਵੇ ਹਨਾ, ਤੇ ਫਿਰ ਇਹ ਕੋਈ ਦੇਸ਼ ਧਰੋਹੀ ਨਹੀਂ, ਇਹਦੇ ਉੱਪਰ ਕੋਈ ਕਾਰਵਾਈ ਨਹੀਂ, ਇਹ ਕੁਝ ਵੀ ਕਹਿ ਸਕਦੀ ਹੈ ਕਿਸੇ ਨੂੰ ਵੀ। ਤੇ ਬੀਬੀ ਤੁਸੀਂ ਫਿਰ ਕਹਿਤਾ, ਮਾਫੀ ਚਾਹਨੀ ਗੁੱਡੀ। ਤੇ ਅਗਲੀ ਗੱਲ ਇਹ ਆ ਵੀ ਮਹਾਰਾਸ਼ਟਰ ਦੇ ਵਿੱਚ ਕਾਂਗਰਸ ਦੇ ਪ੍ਰਧਾਨ ਹੈਗੇ ਨਾਨਾ ਪਟੋਲੇ ਹੋਰੀ, ਤੇ ਉਹਨਾਂ ਨੇ ਪਤਾ ਲੱਗਾ ਜੀ ਕਿ ਅਕਸ਼ੇ ਕੁਮਾਰ ਨੂੰ ਤੇ ਅਮਿਤਾਭ ਬੱਚਨ ਨੂੰ ਚੁਣੌਤੀ ਦਿੱਤੀ ਹੈ ਵੀ ਤੁਸੀਂ ਸੂਬੇ ਦੇ ਵਿੱਚ ਕਿਸੇ ਫਿਲਮ ਦੀ ਸ਼ੂਟਿੰਗ ਨਹੀਂ ਕਰ ਸਕਦੇ, ਅਸੀਂ ਵਿਰੋਧ ਕਰਾਂਗੇ ਤੁਹਾਡਾ ਡਟ ਕੇ, ਅਸੀਂ ਤੁਹਾਨੂੰ ਕੁਝ ਨਹੀਂ ਇੱਥੇ ਕਰਨ ਦੇਣਾ। ਉਹ ਕਿਉਂ? ਕਹਿੰਦੇ ਵੀ ਜਦੋਂ ਕਾਂਗਰਸ ਦੀ ਸਰਕਾਰ ਸੀ, ਤੀਜੇ ਦਿਨ ਲਾਂਗੜ ਚੱਕ ਕੇ ਟਵੀਟ ਕਰ ਦਿੰਦੇ ਸੀ, तेल की कीमतें बहुत हो गई हैं, तेल ने तो लोगों को मार डाला है, आ 100 रुपये लीटर हो गया, हुण नहीं मार डाला। हाँ बिल्कुल नहीं बोलते नहीं। नाले आ सच मैं गुड्डी नूं पुछना चाहती सी, फिर तो मैं उत्थे ही आ गई हां कि गुड्डी नूं बाकी सारियां खबरां वाल तां बहुत ध्यान रहिंदा भी फलाना की कर रहा है, ढिंगड़ा की कर रहा है, मैं ਉਹਦੇ ਬਾਰੇ ਵੀ ਗੱਲ ਕਰ ਲਾਂ, ਉਹਦੇ ਬਾਰੇ ਵੀ ਗੱਲ ਕਰ ਲਾਂ। ਠਾਕਰੇ ਸਰਕਾਰ ਇਹ ਦਾਅਵਾ ਕਰ ਰਹੀ ਹੈ ਕਿ ਉਹਨਾਂ ਨੇ ਜਿਹੜੇ ਟਵੀਟਸ ਦੀ ਜਾਂਚ ਕਰਵਾਈ ਹੈ, ਜਿੰਨੇ ਵੀ ਸੈਲੀਬ੍ਰਿਟੀਜ਼ ਨੇ ਜਿਨ੍ਹਾਂ ਦੇ ਆ ਪਿੱਛੇ ਜੇ ਬਹੁਤ ਸਾਰੇ ਟਵੀਟਸ ਆਏ ਸੀ ਇਸ ਕਿਸਾਨੀ ਅੰਦੋਲਨ ਦੇ ਦੌਰਾਨ, ਜਦੋਂ ਰਿਹਾਨਾ ਨੇ ਟਵੀਟ ਕੀਤਾ ਉਸ ਤੋਂ ਬਾਅਦ ਚ, ਤੇ ਬੀਬੀ ਨੂੰ ਇਹ ਨਹੀਂ ਪਤਾ ਲੱਗਿਆ ਵੀ ਠਾਕਰੇ ਸਰਕਾਰ ਨੇ ਜਦੋਂ ਉਹਨਾਂ ਟਵੀਟਸ ਦੀ ਜਾਂਚ ਕਰਵਾਈ ਤਾਂ ਉਹ ਕਹਿੰਦੇ ਨੇ ਵੀ ਇਹਦੇ ਚ ਬੀਜੇਪੀ ਦੇ ਆਈਟੀ ਸੈੱਲ ਦੇ ਮੁਖੀ ਦਾ ਨਾਮ ਸਾਹਮਣੇ ਆਇਆ। ਹੁਣ ਕਿਉਂ ਨਹੀਂ ਬੋਲਦੇ? ਇਹਦੇ ਵੱਲ ਖਿਆਲ ਕਰਾਂਗੇ ਆਪਾਂ। ਅੱਛਾ ਜੀ, ਪਹਿਲਾਂ ਆਪਾਂ ਕੁੰਡਲਾਂ ਦੇ ਵੱਲ ਖਿਆਲ ਕਰਨਾ, ਇਹ ਪ੍ਰੈਸ ਪ੍ਰੂਸ ਕਰਕੇ ਜਦੋਂ ਸਿੱਧੇ ਹੋ ਗਏ ਨਾ, ਫਿਰ ਉਸ ਤੋਂ ਬਾਅਦ ਅਗਲੀ ਗੱਲ ਕਰਨੀ। ਜੇ ਕੁੰਡਲਾਂ ਦਾ ਇੰਨਾ ਹੀ ਖਿਆਲ ਹੈ ਨਾ ਤਾਂ ਫਿਰ ਬੋਲਣ ਤੋਂ ਪਹਿਲਾਂ ਵੀ ਸੋਚੇ, ਕੁੰਡਲਾਂ ਵੱਲ ਜ਼ਿਆਦਾ ਧਿਆਨ ਦੇਵੇ ਤਾਂ ਜ਼ਿਆਦਾ ਵਧੀਆ। ਜੱਜ ਦਾ ਵਿਚਾਰ। ਟਾਣਾ ਸਾਹਿਬ, ਹੁਣ ਆਪਾਂ ਸਮਾਜ ਨਾਲ ਜੁੜੀ ਹੋਈ ਗੱਲ ਕਰਦੇ ਹਾਂ। ਬਿਲਕੁਲ ਸਹੀ। ਅਕਸਰ ਇਹ ਗੱਲ ਤੁਸੀਂ ਵੀ ਸੁਣੀ ਹੋਏਗੀ, ਅਸੀਂ ਵੀ ਬਹੁਤ ਵਾਰ ਸੁਣੀ ਹੈ, ਕਿਹਾ ਜਾਂਦਾ ਹੈ ਕਿ ਪੁੱਤ ਹੋਣੇ ਚਾਹੀਦੇ ਨੇ, ਕੁੱਲ ਦਾ ਨਾਂ ਰੌਸ਼ਨ ਹੁੰਦਾ। ਨਹੀਂ ਪਰ ਇਦਾਂ ਦੀ ਗੱਲ ਹੁਣ ਹੈ ਨਹੀਂ। ਹੁਣ ਤਾਂ ਮੁੰਡਾ ਤੇ ਕੁੜੀ ਇੱਕ ਸਮਾਨ ਆ, ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਨੇ ਜੀ। ਪਰ ਬਹੁਤ ਸਾਰੇ ਲੋਕ ਹਾਲੇ ਵੀ ਇਸ ਗੱਲ ਨੂੰ ਮੰਨਦੇ ਨਹੀਂ। ਉਹਨਾਂ ਨੂੰ ਇਹ ਲੱਗਦਾ ਹੈ ਕਿ ਹਾਏ ਹਾਏ ਰੱਬ ਨੇ ਪੱਥਰ ਹੀ ਮਾਰਤਾ, ਵੰਸ਼ ਕਿਵੇਂ ਵਧੂਗਾ ਜੀ, ਕੁੱਲ ਦਾ ਨਾਸ਼ ਨਾ ਹੋ ਜੇ, ਫਲਾਂ ਹੋ ਜੇ, ਢੀਂਗ ਹੋ ਜੇ, ਉਹ ਗੱਲਾਂ ਦੇ ਵਿੱਚੋਂ ਆਪਾਂ ਨਿਕਲਦਾ ਹੀ ਨਹੀਂ। ਮੈਂ ਇੱਕ ਭੈਣ ਜੀ ਹੋਰਾਂ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਆ। ਉਹਨਾਂ ਦੇ ਘਰ ਦੇ ਵਿੱਚ ਨਾ 12 ਸਾਲ ਬਾਅਦ ਇੱਕ ਬੱਚੇ ਨੇ ਜਨਮ ਲਿਆ ਤੇ ਉਹ ਧੀ ਸੀ। ਤੇ ਤਾਂ ਵੀ ਜਿਹੜੇ ਬਜ਼ੁਰਗ ਸੀ ਉਹਨਾਂ ਦੇ ਘਰ ਦੇ ਵਿੱਚ, ਮਾਤਾ ਜੀ, ਉਹਨਾਂ ਦੇ ਮੂੰਹੋਂ ਜ਼ੁਬਾਨ ਪਤਾ ਕੀ ਨਿਕਲੀ ਸੀ? ਰੱਬ ਨੇ ਪੱਥਰ ਹੀ ਮਾਰਤਾ। 12 ਸਾਲ ਬਾਅਦ ਕੁੱਖ ਹਰੀ ਹੋਈ ਹੈ। ਮੈਂ ਹੈਰਾਨ ਆ ਇਸ ਗੱਲ ਦੇ ਉੱਤੇ ਵੀ ਜਿਹਨੇ ਇਹ ਗੱਲ ਕਹੀ ਉਹ ਵੀ ਔਰਤ ਹੀ ਆ ਜੀ। ਉਹ ਮਾਤਾ ਜਿਹੜੀ ਜੀ, ਉਹਨੂੰ ਇਹ ਨਹੀਂ ਪਤਾ ਵੀ ਮੈਂ ਵੀ ਐਂ ਸੀ ਤੇ ਮੇਰੇ ਵਾਂਗੂ ਹੀ ਅਗਲੀਆਂ ਪੌੜੀਆਂ ਉਮਰ ਦੀਆਂ ਬਾਕੀ ਲੋਕਾਂ ਨੇ ਵੀ ਚੜ੍ਹਨੀਆਂ। ਇਸ ਕਰਕੇ ਮਾੜੀ ਗੱਲ ਆ, ਇਹਦਾ ਤਾਂ ਕਹਿਣਾ ਹੀ ਨਹੀਂ ਚਾਹੀਦਾ। ਬਿਲਕੁਲ ਸਹੀ। ਪਰ ਨਹੀਂ, ਲੋਕ ਜਿਨ੍ਹਾਂ ਦੀ ਜੋ ਧਾਰਨਾ ਬਣੀ ਹੋਈ ਆ ਉਹ ਬਣੀ ਹੋਈ ਆ, ਲੋਕ ਨਹੀਂ ਸੁਧਰ ਸਕਦੇ। ਪਰ ਹੁਣ ਜਿਹੜੀ ਖਬਰ ਸਾਹਮਣੇ ਆਈ ਹੈ, ਇਹ ਸੁਣਨ ਤੋਂ ਬਾਅਦ ਸ਼ਾਇਦ ਕੁਝ ਕੁ ਲੋਕ ਸੋਚਣਗੇ ਵੀ ਥੋੜਾ ਵਿਚਾਰਨਾ ਚਾਹੀਦਾ ਹੈ। ਇਹ ਨਾ ਖਬਰ ਜਿਹੜੀ ਹੈ ਟਾਣਾ ਸਾਹਿਬ, ਇਹ ਅਸਲ ਦੇ ਵਿੱਚ ਅੰਬਾਲਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ 78 ਸਾਲਾ ਬਜ਼ੁਰਗ ਨੇ ਜਿਨ੍ਹਾਂ ਦੇ 5 ਪੁੱਤ ਨੇ। ਇੱਕ ਵੇਲਾ ਸੀ ਜਦੋਂ 14 ਏਕੜ ਜ਼ਮੀਨ ਦੇ ਮਾਲਕ ਸੀ ਇਹ, ਪਰ ਹੁਣ ਪੈਸੇ ਨੂੰ ਤਰਸ ਰਹੇ ਨੇ, ਕਿਉਂਕਿ ਇਹ ਜਿਹੜੇ 5 ਪੁੱਤ ਨੇ ਕੁਛ ਨਹੀਂ ਦਿੰਦੇ। ਉਸ ਤੋਂ ਬਾਅਦ ਵਿੱਚ ਮਾਮਲਾ ਬਹੁਤ ਜ਼ਿਆਦਾ ਭਖਿਆ ਤੇ ਜਿਹੜਾ ਟ੍ਰਿਬਿਊਨਲ ਹੈ, ਜਿਹੜਾ ਕਿ ਬਜ਼ੁਰਗਾਂ ਦੇ ਬਾਰੇ ਚ ਫੈਸਲਾ ਲੈਂਦਾ ਹੈ, ਉਹਨੇ ਕਿਹਾ ਕਿ ਜਿੰਨੇ ਪੁੱਤ ਨੇ, 5 ਪੁੱਤ ਨੇ, ਤੇ 5 ਪੁੱਤ 2-2 ਹਜ਼ਾਰ ਰੁਪਇਆ ਮਹੀਨਾ ਆਪਣੇ ਬਾਪ ਨੂੰ ਦੇਣਗੇ, ਯਾਨੀ 10,000 ਰੁਪਇਆ ਬਣਦਾ ਹੈ, ਤੇ ਉਹਦੇ ਨਾਲ ਜਿਹੜਾ ਬਾਪ ਹੈ ਉਹ ਆਪਣਾ ਰੋਜ਼ੀ ਰੋਟੀ ਦਾ ਗੁਜ਼ਾਰਾ ਕਰੇਗਾ। ਤੇ ਹੁਣ ਪੁੱਤ ਜਿਹੜੇ ਨੇ ਉਹ ਹਾਈ ਕੋਰਟ ਪਹੁੰਚ ਗਏ ਨੇ। 4 ਜਾਣੇ ਜਿਹੜੇ ਪੁੱਤ ਉਹ ਪਹੁੰਚ ਗਏ ਹਾਈ ਕੋਰਟ। ਉਹ ਕਹਿੰਦੇ ਵੀ ਇੱਕ ਭਰਾ ਜਿਹੜਾ ਸਾਡਾ ਤੇ ਉਹਦੇ 2 ਮੁੰਡੇ ਜਿਹੜੇ, ਇਹਨਾਂ ਨੂੰ ਦੁੱਗਣੀ ਤਿੱਗਣੀ ਜ਼ਮੀਨ ਦਿੱਤੀ ਹੈ ਸਾਡੇ ਨਾਲੋਂ, ਤੇ ਸਾਡੇ ਕੋਲ ਤਾਂ ਜ਼ਮੀਨ ਦਾ ਟੋਟਾ ਹੀ ਛੋਟਾ ਆਇਆ। ਇਸ ਕਰਕੇ ਜਿਹਨੂੰ ਜ਼ਮੀਨ ਵੱਧ ਦਿੱਤੀ ਉਹਦੇ ਕੋਲ ਰੋਟੀ ਖਾਵੇ, ਉਹਦੇ ਕੋਲੋਂ ਪੈਸੇ ਲਵੇ। ਤੇ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਹੁਣ ਪਟੀਸ਼ਨ ਪਾਈ ਹੈ ਵੀ ਹੇਠਲੇ ਟ੍ਰਿਬਿਊਨਲ ਦੇ ਵੱਲੋਂ ਗਲਤ ਫੈਸਲਾ ਕੀਤਾ ਗਿਆ, ਭਾਵਨਾਤਮਕ ਤੌਰ ਤੇ ਫੈਸਲਾ ਕਰ ਲਿਆ, ਇਹ ਤਰਕਯੋਗ ਨਹੀਂ ਹੈ। ਅੱਛਾ, ਤੁਸੀਂ ਜਿਹੜੀਆਂ ਗੱਲਾਂ ਕਰ ਰਹੇ ਹੋ ਤਰਕਯੋਗ ਹੈ ਹਨਾ, ਵੀ ਪਿਓ ਨੇ ਪਿਆਰ ਤਾਂ ਬਰਾਬਰ ਹੀ ਦਿੱਤਾ ਹੋਏਗਾ। ਪਿਓ ਦੇ ਲਈ ਤਾਂ ਬੱਚੇ ਬਰਾਬਰ ਹੁੰਦੇ ਨੇ, ਮਾਂ ਦੇ ਲਈ ਵੀ ਬੱਚੇ ਬਰਾਬਰ ਹੁੰਦੇ ਨੇ। ਕਦੇ ਨਹੀਂ ਹੁੰਦਾ ਵੀ, ਕਦੇ ਮਾਂ ਪਿਓ ਵੀ ਇਹ ਸੋਚਦੇ ਨੇ ਵੀ ਬੱਚੇ ਦੇ ਹਿੱਸੇ ਕਿੰਨੀ ਜ਼ਮੀਨ ਹੈ ਤੇ ਫਿਰ ਅਸੀਂ ਇਹਨੂੰ ਉਸ ਹਿਸਾਬ ਦੇ ਨਾਲ ਪਿਆਰ ਦੇਵਾਂਗੇ। ਅਸੀਂ ਬੱਚੇ ਪਤਾ ਨਹੀਂ ਕਿਉਂ ਇਹਨਾਂ ਗੱਲਾਂ ਦੇ ਵਿੱਚ ਰੁੱਝ ਜਾਂਦੇ ਆ। ਜੇਕਰ ਪਿਓ ਨੇ, ਦੇਖੋ
ਅਗਲੇ ਦੀ ਚੀਜ਼ ਸੀ, ਅਗਲਾ ਕਿਸੇ ਨੂੰ ਜਿੰਨੀ ਮਰਜ਼ੀ ਦਵੇ, ਚਾਹੇ ਬਿਲਕੁਲ ਵੀ ਨਾ ਦਵੇ, ਅਗਲੇ ਦੀ ਮਰਜ਼ੀ ਹੈ। ਅਸੀਂ ਕੋਈ ਨਹੀਂ ਆ ਉਹਦੇ ਉੱਪਰ ਐਵੇਂ ਹੱਕ ਜਤਾਉਣ ਵਾਲੇ। ਜੇਕਰ ਅਸੀਂ ਆਪਣੇ ਬਾਪ ਨੂੰ ਨਹੀਂ ਪੁੱਛ ਸਕਦੇ ਤਾਂ ਫਿਰ ਜ਼ਮੀਨਾਂ ਪੁੱਛਣ ਦਾ ਕੀ ਫਾਇਦਾ ਬਈ? ਮੇਰਾ ਨਾ ਇੱਕ ਦੋਸਤ ਆ, ਉਹ 3 ਭਰਾ ਨੇ। ਉਹ 3 ਭਰਾਵਾਂ ਦੇ ਵਿੱਚੋਂ ਇੱਕ ਨੂੰ, ਜਿਹੜਾ ਕਿ ਮੇਰਾ ਦੋਸਤ ਆ, ਉਹਨੂੰ ਵੀ ਬਰਾਬਰ ਦਾ ਹਿੱਸਾ ਬਾਪ ਦੇਣ ਲੱਗਿਆ ਜੀ। ਉਹਨੇ ਬੜੀ ਸਾਫ਼ ਤੇ ਸਪਸ਼ਟ ਗੱਲ ਕਹੀ, ਮੈਨੂੰ ਹਮੇਸ਼ਾ ਚੇਤੇ ਰਹਿੰਦੇ ਉਹਦੇ ਸ਼ਬਦ। ਕਹਿੰਦਾ ਮੈਂ ਆਪਣੇ ਬਾਪੂ ਨੂੰ ਕਿਹਾ, ਬਾਪੂ ਜੀ ਰਹਿਣਾ ਤੁਸੀਂ ਸਾਰੀ ਉਮਰ ਮੇਰੇ ਨਾਲ ਨਹੀਂ, ਮੈਂ ਤੁਹਾਡੇ ਨਾਲ ਆ। ਐਵੇਂ ਕਹਿ ਦਿੰਦੇ ਆ ਵੀ ਭਾਈ ਬਾਪੂ ਕਿਹਦੇ ਨਾਲ ਰਹਿੰਦਾ ਅੱਜ ਕੱਲ। ਉਹ ਬਾਪੂ ਨੇ ਤਾਂ ਸਾਨੂੰ ਇਹ ਦੁਨੀਆ ਦਿਖਾਈ ਆ, ਬਾਪੂ ਦੇ ਨਾਲ ਅਸੀਂ ਰਹਿਣਾ, ਇਸ ਗੱਲ ਦੇ ਵਿੱਚ ਮਾਣ ਮਹਿਸੂਸ ਕਰੋ। ਜੀ ਬਿਲਕੁਲ ਸਹੀ। ਉਹ ਕਹਿੰਦਾ ਵੀ ਮੈਂ ਰਹੂੰਗਾ ਬਾਪੂ ਦੇ ਨਾਲ, ਤੇ ਦੋਵੇਂ ਭਰਾਵਾਂ ਨੂੰ ਭਾਵੇਂ ਸਾਰੀ ਚੀਜ਼ ਦੇ ਦਿਓ। ਕਹਿੰਦਾ ਵੀ ਮੈਂ ਲੈਣੀ ਨਹੀਂ, ਮੇਰੀ ਰੋਟੀ ਟੁੱਕ ਚੱਲੀ ਜਾਂਦਾ, ਚੱਲਦਾ ਭਾਵੇਂ ਉਹਨਾਂ ਦਾ ਵੀ ਆ, ਪਰ ਗੱਲ ਇਹ ਆ ਵੀ ਮੇਰੀ ਕੋਈ ਇੱਛਾ ਨਹੀਂ ਕੱਲ ਨੂੰ ਇਹ ਨਾ ਜਾਵੇ ਮਨ ਦੇ ਵਿੱਚ ਬਾਪੂ ਦੇ ਬਈ ਤਿੰਨਾਂ ਦੇ ਵਿੱਚ ਬਰਾਬਰ ਜ਼ਮੀਨ ਵੰਡੀ ਆ, ਇਸ ਕਰਕੇ ਮੇਰੀ ਆਹ ਸੇਵਾ ਕਰਦਾ। ਉਹਨਾਂ ਦੋਵਾਂ ਨੂੰ ਸਾਰਾ ਕੁਝ ਦੇਵੇ, ਮੇਰੇ ਮਨ ਦੇ ਵਿੱਚ ਭੋਰਾ ਵੀ ਵਿਤਕਰਾ ਨਹੀਂ, ਮੇਰੇ ਹੀ ਭਰਾ, ਪਰ ਸੇਵਾ ਮੈਂ ਕਰਨੀ ਆ। ਜਿੰਨੀ ਦੇਰ ਤੱਕ ਸਾਰੇ ਜਾਣੇ ਇਹ ਨਹੀਂ ਕਹਿਣਾ ਸ਼ੁਰੂ ਕਰਦੇ ਵੀ ਉਹਨੂੰ ਚੀਜ਼ ਦੇ ਦੇ, ਉਹ ਵੀ ਭੈਣ ਭਰਾ ਆਪਣੇ ਹੀ ਆ, ਸੇਵਾ ਮੈਂ ਕਰੂੰ, ਜੀ ਉਨੀ ਦੇਰ ਤੱਕ ਮਸਲੇ ਹੱਲ ਨਹੀਂ ਹੋਣੇ। ਟਾਣਾ ਸਾਹਿਬ, ਛੋਟਾ ਮੂੰਹ ਵੱਡੀ ਗੱਲ ਹੋ ਜਾਂਦੀ ਹੈ, ਪਰ ਮੈਂ ਆਪਣੇ ਪਿਤਾ ਜੀ ਨੂੰ ਹਮੇਸ਼ਾ ਇੱਕ ਗੱਲ ਕਹਿਣੀ ਹੁੰਨੀ ਆ, ਚਾਹੇ ਧੀਆਂ ਨੇ ਚਾਹੇ ਪੁੱਤ ਨੇ, ਅਸੀਂ 3 ਭੈਣਾਂ ਹਾਂ, ਕੋਈ ਪਤਾ ਨਹੀਂ ਕੱਲ ਨੂੰ ਸਮਾਂ ਕਿਹੋ ਜਿਹਾ ਆਉਣਾ ਤੇ ਕਿਹਦੀ ਨੀਤ ਕਦੋਂ ਬਦਨੀਤ ਹੋ ਜਾਣੀ ਆ। ਬਟ ਮੈਂ ਉਹਨਾਂ ਨੂੰ ਹਮੇਸ਼ਾ ਇਹ ਗੱਲ ਕਹਿਣੀ ਆ, ਜਿਹੜਾ ਪੁੱਛੇਗਾ ਤੁਸੀਂ ਉਹਦੇ ਨਾਲ ਰਹੋਗੇ, ਹਨਾ, ਵੀ ਕਦੇ ਵੀ ਇਹ ਨਹੀਂ ਹੋਊਗਾ ਵੀ ਅਸੀਂ ਇਹ ਕਹੀਏ ਵੀ ਜ਼ਮੀਨ ਵੰਡ ਦਿਓ ਜੀ, ਇਹ ਤਾਂ ਬਰਾਬਰ ਦਾ ਹਿੱਸਾ ਹੈ ਜੀ, ਇਦਾਂ ਹੈ ਉਦਾਂ ਹੈ। ਕਿਉਂ? ਜੇ ਅਸੀਂ ਆਪਣੇ ਮਾਪੇ ਦੇ ਨਾਲ ਨਹੀਂ ਰਹਿ ਸਕਦੇ, ਜੇ ਅਸੀਂ ਆਪਣੇ ਮਾਪੇ ਦੀ ਸੇਵਾ ਹੀ ਨਹੀਂ ਕਰ ਸਕਦੇ, ਤੇ ਫਿਰ ਸਾਡੀਆਂ ਪੜ੍ਹਾਈਆਂ ਲਿਖਾਈਆਂ, ਸਾਡੀਆਂ ਕਮਾਈਆਂ ਕਿਸੇ ਕੰਮ ਦੀਆਂ ਨਹੀਂ। ਉਹਨਾਂ ਨੇ ਜਦੋਂ ਸਾਨੂੰ ਪੜ੍ਹਾਇਆ ਲਿਖਾਇਆ, ਪਿਆਰ ਦਿੱਤਾ, ਇੰਨੇ ਵੱਡੇ ਕੀਤਾ, ਉਹਨਾਂ ਨੇ ਕਦੇ ਨਹੀਂ ਸੀ ਪੁੱਛਿਆ ਵੀ ਤੁਹਾਡੇ ਹਿੱਸੇ ਕੀ ਆਉਂਦਾ। ਨਾਲੇ ਆਪਦੀ ਵਾਰੀ ਵੀ ਆਈ ਲਓ, ਕਿਹੜਾ ਬੜੀ ਵੱਡੀ ਗੱਲ ਆ। ਬਿਲਕੁਲ। ਪਹਿਲੀ ਗੱਲ ਤਾਂ ਇਹ ਵੀ ਜਿਹੋ ਜੀਆਂ ਖੁਰਾਕਾਂ, ਜਿਹੋ ਜਿਹੇ ਹਾਲਾਤ ਆ, ਆਪਾਂ ਉਮਰ ਦੇ ਉਸ ਮੋੜ ਤੱਕ ਪਹੁੰਚਣਾ ਹੀ ਨਹੀਂ, ਤੇ ਜੇ ਪਹੁੰਚ ਗਏ ਤੇ ਆਪਣੇ ਨਾਲ ਉਵੇਂ ਹੀ ਹੋਣਾ ਜਿਵੇਂ ਆਪਾਂ ਕਰਦੇ ਆ। ਬਿਲਕੁਲ ਸਹੀ। ਸੋ ਸੋਚਣਾ ਚਾਹੀਦਾ, ਕੋਈ ਪਤਾ ਨਹੀਂ ਸਮਾਂ ਜ਼ਰੂਰ ਆਪਣੇ ਆਪ ਨੂੰ ਦੁਹਰਾਉਂਦਾ ਹੈ, ਇਸ ਚੀਜ਼ ਨੂੰ ਚੇਤੇ ਰੱਖਣਾ ਚਾਹੀਦਾ ਹੈ। ਬਾਕੀ ਫਿਲਹਾਲ ਦੇ ਲਈ ਪ੍ਰੋਗਰਾਮ ਨੂੰ ਇੱਥੇ ਹੀ ਸਮੇਟਦੇ ਹਾਂ ਜੀ, ਜਾਣਦਾ ਹੋ ਗਿਆ ਵੇਲਾ, ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤਾਈਂ ਪਹੁੰਚਾਇਓ। ਦੋਵਾਂ ਦੇ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਲਓ ਜੀ ਹਾਜ਼ਰ ਹੈ ਜੱਜ ਦਾ ਵਿਚਾਰ।